ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਹੈਲਥ ਇਜ਼ ਵੈਲਥ ਇਸ ਸੈਗਮੈਂਟ ਦੇ ਵਿੱਚ ਅਸੀਂ ਹੈਲਥ ਦੇ ਬਾਰੇ ਗੱਲ ਕਰਦੇ ਹਾਂ। ਹੈਲਥ ਦੇ ਸੰਬੰਧੀ ਕ੍ਰਾਈਸਿਸ ਜਿਹੜਾ ਚੱਲ ਰਿਹਾ ਉਹਦੇ ਸੰਬੰਧੀ ਹਰ ਦਿਨ ਨਵੀਆਂ ਰਿਸਟ੍ਰਿਕਸ਼ਨਸ ਦਾ ਸਾਹਮਣਾ ਕਰਨਾ ਪੈ ਰਿਹਾ। ਕਈ ਥਾਵਾਂ ਤੇ ਰਿਲੈਕਸੇਸ਼ਨਸ ਦਿੱਤੀਆਂ ਜਾ ਰਹੀਆਂ ਨੇ, ਪਰ ਫਿਰ ਤੋਂ ਮੁੜ ਵੇਰੀਐਂਟਸ ਵੱਧ ਰਹੇ ਨੇ, ਮੁੜ ਕੇਸ ਵੱਧ ਰਹੇ ਨੇ। ਹਾਲਾਂਕਿ ਵੈਕਸੀਨੇਸ਼ਨਸ ਹੋ ਰਹੀਆਂ ਨੇ, ਵੈਕਸੀਨੇਸ਼ਨਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ। ਐਸਟਰਾਜੈਨੇਕਾ ਜਿਹਨੂੰ ਪਹਿਲਾਂ ਕਿਹਾ ਗਿਆ ਸੀ ਕਲੌਟਿੰਗ ਹੁੰਦੀ ਹੈ, ਕਈ ਦੇਸ਼ਾਂ ਨੇ ਉਨ ਤੇ ਰੋਕ ਲਗਾ ਦਿੱਤੀ ਸੀ। ਉਸ ਤੋਂ ਬਾਅਦ ਕੈਨੇਡਾ ਵਾਰ-ਵਾਰ ਕਹਿ ਰਿਹਾ ਸੀ ਕਿ ਹਾਈਲੀ ਇਫੈਕਟਿਵ ਹੈ, ਪਰ ਹੁਣ ਕੈਨੇਡਾ ਨੇ ਫਿਰ ਤੋਂ ਇਹ ਕਿਹਾ ਕਿ 55 ਸਾਲ ਤੋਂ ਘੱਟ ਉਮਰ ਦੇ ਲਈ ਇਹ ਐਸਟਰਾਜੈਨੇਕਾ ਟੈਂਪਰੇਰੀ ਤੌਰ ਦੇ ਉੱਤੇ ਇੱਕ ਵਾਰੀ ਰੋਕ ਦਿੱਤੀ ਗਈ ਹੈ। BC ਦੇ ਵਿੱਚ ਨਵੀਆਂ ਰਿਸਟ੍ਰਿਕਸ਼ਨਸ ਲੱਗ ਗਈਆਂ ਨੇ ਕਿਉਂਕਿ ਓਵਰ ਦ ਵੀਕਐਂਡ ਅਸੀਂ ਦੇਖੀਏ ਤਾਂ 2000 ਤੋਂ ਉੱਤੇ ਕੇਸ ਰਿਪੋਰਟ ਹੋਏ ਨੇ। ਇਸ ਨੂੰ ਦੇਖਦੇ ਹੋਏ ਜਿਹੜੀ ਰਿਲੈਕਸੇਸ਼ਨ ਥੋੜੀ ਬਹੁਤ ਦਿੱਤੀ ਗਈ ਸੀ ਉਹ ਵੀ ਬੰਦ ਕਰ ਦਿੱਤੀ ਗਈ ਹੈ। ਡਾਈਨ ਇਨ ਸੇਵਾ ਬੰਦ ਕਰ ਦਿੱਤੀ ਗਈ ਹੈ। ਸਿਰਫ ਟੇਕ ਆਊਟ ਰੈਸਟੋਰੈਂਟ ਦੇ ਵਿੱਚ ਕਰ ਸਕਦੇ ਹੋ ਤੇ ਹੋਰ ਜਿਮਸ ਦੇ ਵਿੱਚ ਸਿਰਫ ਤੇ ਸਿਰਫ ਪਰਸਨਲ ਟ੍ਰੇਨਿੰਗ ਲੈ ਸਕਦੇ ਹੋ। ਵਿਸਲਰ ਨੂੰ ਬੰਦ ਕਰ ਦਿੱਤਾ ਗਿਆ। ਸੋ ਇਹਨੇ ਵੱਡੇ ਵੱਡੇ ਫੈਸਲੇ ਲੈਣੇ ਪਏ ਨੇ। ਹੁਣ ਅੱਗੇ ਕੀ ਹੋਣਾ, ਇਹ ਸਾਰੇ ਸਵਾਲਾਂ ਦੇ ਜਵਾਬ ਦੇ ਲਈ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰ ਗੁਲਜ਼ਾਰ ਚੀਮਾ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਡਾਕਟਰ ਚੀਮਾ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਾਰੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਗੁੱਡ ਆਫਟਰਨੂਨ ਤੇ ਸਤਿ ਸ਼੍ਰੀ ਅਕਾਲ। ਕਿਵੇਂ ਡਾਕਟਰ ਸਾਹਿਬ? ਸਭ ਤੋਂ ਪਹਿਲਾਂ ਤਾਂ ਇਹ ਠੀਕ ਠਾਕ ਹੈ। ਜਿਹੜਾ ਨਾ ਕਰੋਨਾ ਵਾਇਰਸ ਦਾ ਕਮ ਸੇ ਕਮ ਹੁਣ ਪਿਛਲੇ 15 ਮਹੀਨੇ ਦੀ ਗੱਲ ਹੈ ਜੀ। ਅਕਤੂਬਰ ਚੱਲਿਆ, ਫਿਰ ਨਵੰਬਰ, ਫਿਰ ਦਸੰਬਰ, ਫਿਰ ਨਵਾਂ ਸਾਲ ਚੜ ਗਿਆ 2020 ਮਾਰਚ, ਪਹਿਲਾਂ ਜਨਵਰੀ 25 ਨੂੰ ਪਹਿਲਾ ਕੇਸ ਹੋਇਆ। ਉਸ ਤੋਂ ਬਾਅਦ ਫਿਰ ਚੱਲਦਾ ਹੁਣ ਆਪਾਂ 1 ਸਾਲ ਤੋਂ ਉੱਪਰ ਪਹੁੰਚ ਗਏ। ਇਹਦੇ ਵਿੱਚ ਕਰੋਨਾ ਵਾਇਰਸ ਦੀ ਹਿਸਟਰੀ ਵੀ ਬਦਲਦੀ ਪਈ, ਇਹਦੀ ਕਹਾਣੀ ਵੀ ਬਦਲਦੀ ਪਈ, ਇਹਦੀ ਇਨਵੈਸਟੀਗੇਸ਼ਨਸ ਬਦਲਦੀਆਂ ਪਈਆਂ ਨੇ। ਇਹਦੀ ਹਰ ਮੁਲਕ ਨੇ ਆਪਣਾ ਸਪਿਨ ਕੀਤਾ। ਅਖੀਰ ਤੇ ਆ ਕੇ ਜਿਹੜੀ WHO ਸੀ, ਪਹਿਲਾਂ ਉਹ ਵੀ ਥੋੜ੍ਹੇ ਬਹੁਤੇ ਵਾਦ ਵਿਵਾਦਾਂ 'ਚ ਘਿਰ ਗਈ। ਉਸ ਤੋਂ ਬਾਅਦ ਉਹਨਾਂ ਨੇ ਵੀ ਕਲੈਰੀਫਿਕੇਸ਼ਨ ਕੀਤੀ। ਦੁਨੀਆ ਸਾਰੀ ਨੇ ਫੈਸਲਾ ਕਰ ਲਿਆ ਕਿ ਅਸੀਂ ਇਹਨੂੰ ਕੰਟਰੋਲ ਕਰਨਾ। ਇਹ ਪੈਂਡੈਮਿਕ ਪਿਛਲੇ 100 ਸਾਲਾਂ ਦੇ ਬਾਅਦ ਪਹਿਲੀ ਵਾਰੀ ਇਹੋ ਜਿਹੀ ਸਿਚੁਏਸ਼ਨ ਵਿੱਚ ਆਇਆ। ਪਰ ਫਿਰ ਜਦੋਂ ਇਹਦੀ ਜਿਹੜੀ ਹੈ ਪਿਛਲੇ ਸਾਲ ਕੁਝ ਮਹੀਨੇ ਠੀਕ ਰਿਹਾ, ਸਾਰਿਆਂ ਨੇ ਬੜੀਆਂ ਢੋਲਕੀਆਂ ਵਜਾਈਆਂ ਤੇ ਢੋਲ ਵਜਾਏ ਵੀ ਅਸੀਂ ਠੀਕ ਕਰ ਲਿਆ, ਕਰੋ ਅਸੀਂ ਸਪਰੈਸ ਕਰ ਲਿਆ ਜੀ, ਸਾਰਾ ਕੁਝ ਹੋ ਗਿਆ। ਫਿਰ ਕੰਮ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਫਿਰ ਦੱਬਿਆ ਗਿਆ, ਫਿਰ ਸ਼ੁਰੂ ਹੋ ਗਿਆ। ਸਾਰੀ ਕਹਾਣੀ ਦਾ ਮਤਲਬ ਹੈ ਕਿ ਜਿੰਨੇ ਵੀ ਲੋਕ ਸਾਡਾ ਪ੍ਰੋਗਰਾਮ ਵੇਖਣ ਵਾਲੇ ਨੇ ਜਾਂ ਹੋਰ ਜਿਹੜੇ ਹੈਲਥ ਰਿਲੇਟਡ ਸ਼ੋਅ ਵੇਖਦੇ ਨੇ, ਉਹਨਾਂ ਵਾਸਤੇ ਇੰਪੋਰਟੈਂਟ ਗੱਲ ਹੈ ਵੀ ਇਹ ਸਟੋਰੀ ਇਵਾਲਵ ਹੋ ਰਹੀ ਹੈ। ਇਹਦਾ ਵੀ ਜੋ ਵੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਹੈ, ਉਹ ਤੁਸੀਂ ਜਿਹੜੀ ਇਨਫੋਰਮੇਸ਼ਨ ਉਹਨੂੰ ਚੰਗੀ ਤਰ੍ਹਾਂ ਉਹਨੂੰ ਪਹਿਲਾਂ ਪੜ੍ਹੋ, ਉਹਨੂੰ ਡਾਈਜੈਸਟ ਕਰੋ। ਉਸ ਤੋਂ ਬਾਅਦ ਕਿਸੇ ਹੋਰ ਨਾਲ ਸਲਾਹ ਕਰ ਲਓ, ਕੋਈ ਹੋਰ ਚੀਜ਼ ਦੇਖ ਲਓ, ਕੋਈ ਪੜ੍ਹ ਲਓ, ਕੋਈ ਲਿਖ ਲਓ, ਸੁਣ ਲਓ, ਕਿਉਂਕਿ ਇਹਦਾ ਜਿਹੜਾ ਨਾ ਕੋਈ ਫਰਮ ਗੱਲ ਤੇ ਹੋ ਨਹੀਂ ਰਹੀ ਹੁਣ, ਕਿਉਂਕਿ ਪਿਛਲੇ ਹਫ਼ਤੇ 2 ਹਫ਼ਤੇ ਪਹਿਲਾਂ ਹੋਰ ਸੀ, ਹੁਣ ਗੱਲ ਹੋਰ ਹੋ ਗਈ। ਪਰ ਇੱਕੋ ਹੀ ਜਿਹੜਾ ਕੀ ਫੈਕਟਰ ਹੈ ਕਿ ਜਿਹੜੀ ਇਹਦੀ ਪ੍ਰੀਵੈਂਸ਼ਨ ਹੈ ਉਹਦੇ 'ਤੇ ਜ਼ੋਰ ਦੇਣ। ਅਖੀਰ ਤੇ ਇੱਕੋ ਹੀ ਗੱਲ ਹੁੰਦਾ ਕਿ ਜਿਹੜਾ ਆਪ ਤੁਸੀਂ ਜ਼ਿੰਮੇਵਾਰ ਇਸ ਗੱਲ ਦੇ। ਫਾਰ ਐਗਜ਼ਾਮਪਲ ਕਿ ਤੁਸੀਂ ਆਪਣਾ ਡਿਸਟੈਂਸ ਕਿੱਦਾਂ ਮੇਨਟੇਨ ਕਰਦੇ ਪਏ, ਮਾਸਕ ਕਿਸ ਤਰ੍ਹਾਂ ਲਾ ਰਹੇ ਹੋ, ਆਪਣੇ ਘਰ ਦੇ ਵਿੱਚ ਕਿਸ ਤਰ੍ਹਾਂ ਰਹਿ ਰਹੇ ਹੋ, ਕੰਮ 'ਤੇ ਕਿਸ ਤਰ੍ਹਾਂ ਜਾਂਦੇ ਹੋ, ਆਪਣੀ ਸਿਹਤ ਦਾ ਕਿਸ ਤਰ੍ਹਾਂ ਧਿਆਨ, ਓਵਰਆਲ ਤੁਸੀਂ ਕਿਸ ਤਰ੍ਹਾਂ ਧਿਆਨ ਰੱਖਿਆ। ਇਸ ਤੋਂ ਇਲਾਵਾ ਜਿਹੜੀ ਤੁਸੀਂ ਆਪਣਾ ਜਿਹੜੀ ਹੈ ਮੈਂਟਲ ਹੈਲਥ ਹੈ ਇਸ ਟਾਈਮ ਦੇ ਵਿੱਚ ਕਿਸ ਤਰ੍ਹਾਂ ਕਾਇਮ ਰੱਖੀਏ, ਆਪਣੇ ਤੁਸੀਂ ਬਾਡੀ ਨੂੰ ਕਿਸ ਤਰ੍ਹਾਂ ਮੇਨਟੇਨ ਕੀਤਾ, ਕਮਿਊਨੀਕੇਸ਼ਨ ਕਿਸ ਤਰ੍ਹਾਂ ਮੇਨਟੇਨ ਕੀਤਾ, ਮਾਨਸਿਕ ਰੋਗਾਂ ਨੂੰ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਦੂਰ ਰੱਖਣ ਦੀ ਟਰਾਈ ਕੀਤੀ ਹੈ। ਇਹ ਸਾਰਾ ਪਿਛਲੇ 15 ਮਹੀਨਿਆਂ ਵਿੱਚ ਇੱਕ ਕਿਸਮ ਦਾ ਇੱਕ ਇਹਦੇ ਬਾਰੇ ਕਿਤਾਬ ਹੋ ਸਕਦੀ ਹੈ ਬਹੁਤ ਵੱਡੀ, ਵੀ ਇਹ ਚੇਂਜਿੰਗ ਸਟੋਰੀ ਤੇ ਅਸਲੀਅਤ ਜਿਹੜੀ ਹੈ ਨਾ ਅਜੇ ਵੀ 100% ਨਹੀਂ ਪਤਾ ਵੀ ਕਿੱਥੇ ਹੋ ਰਿਹਾ। ਸੋ ਅੱਜ ਦੀ ਜਿਹੜੀ ਸਟੋਰੀ ਹੈ ਐਸਟਰਾਜ਼ੈਨੇਕਾ ਦੀ ਬੜੀ ਵੱਡੀ ਸਟੋਰੀ ਆਈ ਹੈ ਕਿ ਪਿਛਲੇ ਹਫ਼ਤੇ ਆਪਾਂ 2 ਹਫ਼ਤੇ ਪਹਿਲਾਂ ਗੱਲ ਕੀਤੀ ਸੀ ਵੀ ਐਸਟਰਾਜ਼ੈਨੇਕਾ ਨੂੰ ਉਹਨਾਂ ਨੇ ਯੂਰਪ 'ਚ ਬੰਦ ਕਰਤਾ। ਕਿਹਾ ਵੀ ਇਹਦੇ ਨਾਲ ਜਿਹੜੇ ਨਾ ਕਈਆਂ ਨੂੰ ਕਲੌਟ ਹੋ ਗਿਆ ਜੀ। ਫਿਰ ਉਹਨਾਂ ਨੇ ਕਿਹਾ ਵੀ ਜੇ 17 ਮਿਲੀਅਨ ਦੇ ਵਿੱਚੋਂ 50 ਬੰਦਿਆਂ ਨੂੰ ਹੋਇਆ ਤੇ ਫਿਰ ਉਹ ਕਿੱਡੀ ਵੱਡੀ ਗੱਲ ਹੈ। ਫਿਰ ਉਹਦੇ ਵਿੱਚੋਂ ਕਈ ਥਿਊਰੀਆਂ ਆ ਗਈਆਂ ਵੀ ਤੁਸੀਂ ਇਹਦਾ ਏਜ ਗਰੁੱਪ ਦੇਖ ਲਓ ਵੱਖਰਾ। ਹੁਣ ਅਲਟੀਮੇਟਲੀ ਅੱਜ ਕਿਹਾ ਵੀ ਜਿਹੜੇ 55 ਸਾਲ ਤੋਂ ਥੱਲੇ ਨੇ ਉਹਨਾਂ ਲਈ ਤੁਸੀਂ ਬੰਦ ਕਰ ਦਿਓ, ਬਾਕੀਆਂ ਨੂੰ ਦਿਓ। ਜਿਹੜਾ ਐਸਟਰਾਜ਼ੈਨੇਕਾ ਉਹ ਕੱਲਾ ਕਈਆਂ ਨੂੰ ਪਹਿਲਾਂ ਭੁਲੇਖਾ ਸੀ ਵੀ ਪਤਾ ਨਹੀਂ ਓਵਰਸੀਜ਼ ਤੋਂ ਆ ਰਿਹਾ ਕੱਲਾ, ਹੁਣ ਇਹ ਨਾਲ ਦੇ ਗੁਆਂਢੀ ਮੁਲਕ ਨੇ ਵੀ ਦੇਣਾ। ਸੋ ਇਹ ਜਿਹੜੇ ਕਿੰਤੂ ਪਰੰਤੂ ਨੇ, ਇਹਨੂੰ ਕਰਨ ਤੋਂ ਪਹਿਲਾਂ ਚਾਹੀਦਾ ਵੀ ਇਹਦੇ ਬਾਰੇ ਨੌਲੇਜ ਹੋਏ ਵੀ ਜਿਹੜੇ ਜਿੰਨੇ ਵੀ ਵੈਕਸੀਨੇਸ਼ਨ ਨੇ ਕੈਨੇਡਾ ਵਿੱਚ ਆਏ, ਫਾਈਜ਼ਰ ਦਾ ਹੋਏ ਜਾਂ ਮੋਡਰਨਾ ਦਾ ਹੋਏ ਜਾਂ ਤੁਸੀਂ ਇਹਦਾ ਆਪਣਾ ਕੀ ਨਾਂ ਦਾ ਐਸਟਰਾਜ਼ੈਨੇਕਾ ਦਾ। ਇਸ ਤੋਂ ਇਲਾਵਾ ਜਿਹੜਾ
ਉਥੋਂ ਭਾਰਤ ਇੰਸਟੀਚਿਊਟ ਤੋਂ ਬਣਦਾ ਜਾਂ ਸੀਰਮ ਇੰਸਟੀਚਿਊਟ ਤੋਂ ਉਹਦਾ ਹੋਏ ਜਾਂ ਜਿਹੜੇ ਬਾਕੀ ਤੇ ਇੱਥੇ ਆ ਨਹੀਂ ਰਹੇ, ਬਾਕੀ ਜਿਹੜੇ ਚਾਈਨਾ ਵਾਲੇ ਆ ਵੱਖਰਾ ਬਣਾ ਰਹੇ ਨੇ, ਆਪਣੇ ਰਸ਼ੀਆ ਵਾਲੇ ਨੇ ਵੱਖਰਾ ਬਣਾਇਆ, ਹੋਰ ਕੰਟਰੀ ਨੇ, ਉਹ ਸਾਰਿਆਂ ਨੂੰ ਉਹ ਸਾਰੇ ਯੂਜ਼ ਕਰਦੇ ਪਏ ਨੇ ਉਸ ਕੰਟੀਨੈਂਟ ਦੇ ਜਿਹੜੇ ਲੋਕ ਨੇ ਉਹ ਵੈਕਸੀਨੇਸ਼ਨ। ਉਹਨਾਂ ਜਿਹੜਾ ਵੈਕਸੀਨੇਸ਼ਨ ਕਾਫੀ ਮੁਲਕਾਂ ਵਿੱਚ ਸ਼ੋ ਕਰਤਾ। WHO ਨੇ ਇਸ ਮਹੀਨੇ ਦੇ ਇਸ ਸਾਲ ਦੀ ਪਹਿਲੇ ਹੀ ਵੀਕ ਦੇ ਵਿੱਚ ਬੜੀ ਵੱਡੀ ਸਟੇਟਮੈਂਟ ਕੀਤੀ ਸੀ, ਮੈਂ ਦੁਬਾਰਾ ਰਿਪੀਟ ਕਰਾਂਗਾ ਕਿ ਜਿੰਨੀ ਦੇਰ ਤੱਕ ਸਾਰੇ ਮੁਲਕਾਂ ਵਿੱਚ ਵੈਕਸੀਨੇਸ਼ਨ ਨਹੀਂ ਲੱਗਦਾ ਉਨੀ ਦੇਰ ਤੱਕ ਗੱਲ ਨਹੀਂ ਬਣਨੀ। ਪਰ ਉਸ ਟਾਈਮ ਦੇ ਵਿੱਚ ਕੈਨੇਡਾ ਦਾ ਤੇ ਬਾਕੀ ਲੋਕਾਂ ਦਾ ਬੜਾ ਕ੍ਰਿਟਿਸਿਜ਼ਮ ਹੋਇਆ ਸੀ ਕੰਟਰੀਜ਼ ਦਾ ਵੀ ਇਹਨਾਂ ਨੇ ਡੋਜ਼ਸ ਬੜੀਆਂ ਆਰਡਰ ਕਰ ਲਈਆਂ, ਫਿਰ ਇੱਥੇ ਕਹਿਣਾ ਸ਼ੁਰੂ ਕਰਤਾ ਵੀ ਡੋਜ਼ਸ ਨਹੀਂ ਪੂਰੀਆਂ ਹੈਗੀਆਂ, ਫਿਰ ਕਿਹਾ ਵੀ ਹੁਣ ਜ਼ਿਆਦਾ ਆਰਡਰ ਕਰ ਲਈਆਂ, ਪਰ ਐਕਚੁਅਲੀ ਐਡਿਕੁਏਟ ਡੋਜ਼ਸ ਕੀਤੀਆਂ ਸੀ ਆਰਡਰ। ਇਸੇ ਕਰਕੇ ਸਾਡੇ ਕੋਲ ਅੱਜ ਡਿਫਰੈਂਟ ਆਪਸ਼ਨਸ ਨੇ, ਤੇ ਉਹ ਜਿਹੜੀਆਂ ਆਪਸ਼ਨਸ ਨੇ ਉਹ ਡਿਪੈਂਡ ਕਰਦਾ ਵੀ ਤੁਸੀਂ ਕਿਹੜੇ ਸੂਬੇ ਵਿੱਚ ਰਹਿ ਰਹੇ ਹੋ ਤੇ ਕਿਹੜੇ ਹੈਲਥ ਅਫੀਸ਼ੀਅਲ ਦੀ ਗੱਲ ਸੁਣਦੇ ਪਏ ਹੋ। ਪਰ ਓਵਰਆਲ ਜਿਹੜਾ ਕੈਨੇਡਾ ਦੇ ਵਿੱਚ ਜਿਹੜੀ ਪਾਲਿਸੀ ਹੈ ਉਹ ਬੜੇ ਸੋਹਣੇ ਤਰੀਕੇ ਨਾਲ ਵੇਖਦੇ ਨੇ, ਉਹ ਗੱਲਬਾਤ ਕਰਕੇ ਦੂਜੇ ਮੁਲਕਾਂ ਨਾਲ ਵੀ ਸਲਾਹ ਕਰਕੇ ਫਿਰ ਹੀ ਪਾਸ ਹੁੰਦਾ, ਕੋਈ ਇਸ ਤਰ੍ਹਾਂ ਤੇ ਹੁੰਦਾ ਨਹੀਂ। ਜਿਹੜੀ BC ਸਰਕਾਰ ਹੈ ਉਹਨਾਂ ਦਾ ਉਹ ਆਪਣੇ ਤਰੀਕੇ ਨਾਲ ਚੱਲਦੇ ਪਏ ਨੇ, ਰੋਲ ਆਊਟ ਬੜਾ ਸੋਹਣਾ ਹੋ ਰਿਹਾ, ਪਰ ਟਾਈਮ ਟੂ ਟਾਈਮ ਇਹ ਥੋੜਾ ਜਿਹਾ ਚੇਂਜ ਕਰਦੇ ਨੇ, ਤਾਂ ਉਹਦੇ ਬਾਰੇ ਗੱਲ ਕਰਾਂਗੇ। ਪਰ ਜਿਹੜਾ ਸਾਰਿਆਂ ਨੂੰ ਮੈਂ ਬੈਕਗਰਾਉਂਡ ਤਾਂ ਦੇਣੀ ਸੀ ਵੀ ਇਹਦੇ ਵਿੱਚੋਂ ਕੋਈ ਤੁਹਾਨੂੰ ਕੋਈ ਕਿਸਮ ਦਾ ਹੈਰਾਨੀ ਨਹੀਂ ਹੋਣੀ ਚਾਹੀਦੀ ਵੀ ਇਹ ਕੀ ਹੋ ਰਿਹਾ, ਐਕਚੁਅਲੀ ਇਸ ਤਰ੍ਹਾਂ ਹੀ ਹੋ ਰਿਹਾ ਪਿਛਲੇ 15 ਮਹੀਨਿਆਂ ਤੋਂ। ਬਿਲਕੁਲ ਡਾਕਟਰ ਜੀ, ਮੈਂ ਜਿੱਦਾਂ ਐਸਟਰਾਜੈਨਕਾ ਦੀ ਹੀ ਗੱਲ ਕਰ ਲੈਂਦੇ ਆ ਕਿ ਪਹਿਲਾਂ ਕਹੀ ਗਏ ਕਿ ਇਫੈਕਟਿਵ ਹੈਗੀ ਆ, ਵਧੀਆ ਹੈਗੀ ਆ, ਥੋੜੇ ਕੇਸ ਆਏ, ਚਲੋ ਕੋਈ ਨਾ, ਦੈਟਸ ਓਕੇ। ਉਹ ਕਈ ਵਾਰ ਹੋ ਜਾਂਦਾ ਹੈ ਕਿ ਹਿਊਮਨ ਟੂ ਹਿਊਮਨ ਵੇਰੀ ਕਰਦਾ, ਕਿਸੇ ਨੂੰ ਕਿਸ ਤਰ੍ਹਾਂ ਜਦੋਂ ਬਾਡੀ 'ਚ ਜਾਂਦੀ ਹੈ ਤੇ ਕਿਸੇ ਤਰ੍ਹਾਂ ਰਿਐਕਟ ਕਰਦੀ ਹੈ, ਕਿਸੇ ਨੂੰ ਕਿਸ ਤਰ੍ਹਾਂ ਰਿਐਕਟ ਕਰਦੀ ਹੈ, ਪਰ ਬਹੁਤ ਘੱਟ ਕੇਸ ਆਏ। ਫਿਰ ਐਸਟਰਾਜੈਨਕਾ ਨੂੰ ਸਟੱਡੀ ਕੀਤਾ ਅਮਰੀਕਾ ਨੇ, ਅਮਰੀਕਾ ਵਾਲੇ ਕਹਿੰਦੇ ਜੀ ਇਹ ਤਾਂ ਅਸੀਂ ਇੰਨੀ ਇਫੈਕਟਿਵ ਹੈ, ਇੰਨੀ ਅਸੀਂ ਸੋਚੀ ਵੀ ਨਹੀਂ ਸੀ ਜਿੰਨੀ ਇਫੈਕਟਿਵ ਹੁਣੇ ਨਿਕਲੀ ਹੈ। ਪਰ ਹੁਣ ਦੂਜੇ ਪਾਸੇ ਫਿਰ ਤੋਂ ਜਦੋਂ ਕੈਨੇਡਾ ਦੇ ਵਿੱਚ 55 ਸਾਲ ਤੋਂ ਘੱਟ ਦੇ ਲਈ ਕਹਿ ਦਿੱਤਾ ਗਿਆ ਕਿ ਟੈਂਪਰੇਰੀਲੀ ਅਸੀਂ ਇਹਨੂੰ ਬੰਦ ਕਰ ਰਹੇ ਹਾਂ, ਪਰ ਇਹਦੇ ਲਈ ਸਰਵੇ ਹੋ ਰਿਹਾ, ਇਹਦਾ ਸਰਵੇਖਣ ਹੋ ਰਿਹਾ, ਇਹਨੂੰ ਦੇਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਕੰਮ ਕਰਦੀ ਹੈ। ਡਾਕਟਰ ਸੁਪ੍ਰਿਆ ਸ਼ਰਮਾ ਉਹਨਾਂ ਤੋਂ ਪੁੱਛਿਆ ਗਿਆ ਸੀਗਾ 2 ਦਿਨ ਪਹਿਲਾਂ, 2-4 ਦਿਨ ਪਹਿਲਾਂ, ਕਿ ਇਹ ਕਲੌਟਿੰਗ ਦੀ ਗੱਲ ਆ, ਉਹ ਕਹਿੰਦੇ ਕੋਈ ਕਲੌਟਿੰਗ ਦਾ ਕੋਈ ਮਾਮਲਾ ਕੈਨੇਡਾ ਦੇ ਵਿੱਚ ਰਿਪੋਰਟ ਨਹੀਂ ਕੀਤਾ ਗਿਆ, ਸੋ ਇਟਸ ਇਫੈਕਟਿਵ। ਫਿਰ 4-5 ਦਿਨਾਂ ਦੇ ਬਾਅਦ ਫਿਰ ਨੈਸ਼ਨਲ ਐਸੋਸੀਏਸ਼ਨ ਆ ਕੈਨੇਡਾ ਦੀ, ਉਹਨਾਂ ਨੇ ਕਹਿ ਦਿੱਤਾ ਕਿ ਹਾਲਟ ਕੀਤਾ ਗਿਆ। ਹੁਣ ਦੂਜੇ ਪਾਸੇ ਸਾਨੂੰ ਇਹ ਚੋਇਸ ਨਹੀਂ ਮਿਲ ਰਹੀ ਕਿ ਕਿਹੜਾ ਟੀਕਾ ਲੱਗਣਾ ਕਿਹੜਾ ਨਹੀਂ। ਹੁਣ ਤੁਹਾਨੂੰ ਫਾਈਜ਼ਰ ਦਾ ਲੱਗਿਆ ਆ, ਹੋਰ ਬਹੁਤ ਸਾਰੇ ਲੋਕਾਂ ਨੂੰ ਫਾਈਜ਼ਰ ਦਾ ਲੱਗਿਆ। ਹੁਣ ਕਹਿੰਦੇ ਸੀ ਜਿਹੜੇ ਫਰੰਟ ਲਾਈਨ ਵਰਕਰਸ ਆ ਉਹਨਾਂ ਦੇ ਲਈ ਐਸਟਰਾਜੈਨਕਾ ਆਏਗਾ, ਪਰ ਲੋਕ ਹੁਣ ਅੱਗੇ ਆਉਣ ਤੋਂ ਡਰ ਰਹੇ ਹੈਗੇ ਕਿ ਪਤਾ ਨਹੀਂ ਜਾਂਦਿਆਂ ਨੂੰ ਸਾਨੂੰ ਐਸਟਰਾਜੈਨਕਾ ਦਾ ਟੀਕਾ ਨਾ ਲਗਾ ਦੇਣ। ਕੀ ਕਹੋਗੇ? ਦੇਖੋ, ਇਹ ਜਿਹੜੀ ਗੱਲ ਹੈ ਨਾ, ਜਿਹੜੇ ਵੀ ਇੰਜੈਕਸ਼ਨ ਕੈਨੇਡਾ ਵਿੱਚ ਅਪਰੂਵ ਹੋਏ ਨੇ ਉਹ ਸਾਇੰਸ ਬੇਸਡ ਨੇ ਜੀ। ਜਿਹੜੀ ਇਫੈਕਟਿਵਨੈਸ ਹੈ ਕੋਈ 70%, ਕੋਈ 80%, ਕੋਈ 90%, ਕੋਈ 60% ਕਹਿ ਲਏ, ਪਰ ਜਸਟ ਰਿਮੈਂਬਰ ਸਾਰਿਆਂ ਵਾਸਤੇ ਇੰਪੋਰਟੈਂਟ ਗੱਲ ਹੈ ਵੀ ਵੈਕਸੀਨੇਸ਼ਨ ਦੇ ਵਿੱਚ ਤੁਹਾਡੀ ਜੇ 20, 40, 50, 60% ਵੀ ਹੁੰਦੀ ਹੈ ਤੁਹਾਡੀ ਪ੍ਰੋਟੈਕਸ਼ਨ ਉਹ ਬੈਟਰ ਦੈਨ ਜ਼ੀਰੋ। ਉਹਦੇ ਸਾਡੇ ਦਿਮਾਗ ਦੇ ਵਿੱਚੋਂ ਗੱਲ ਜਿਹੜੀ ਇਹਨਾਂ ਕੱਢ ਦੇਣੀ ਚਾਹੀਦੀ ਵੀ ਵੈਕਸੀਨੇਸ਼ਨ ਦਾ ਸਾਰਿਆਂ ਦਾ ਥੋੜਾ ਜਿਹਾ ਫਰਕ ਹੈ, ਕਿਉਂਕਿ ਜੇ ਇਫੈਕਟਿਵਨੈਸ ਦੇਖਣੀ ਹੈ, ਇਫੈਕਟਿਵਨੈਸ ਲੰਬੇ ਸਮੇਂ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ। ਇਹ ਵੀ ਨਹੀਂ ਪਤਾ ਵੀ ਜਿਹੜੀ ਵੈਕਸੀਨੇਸ਼ਨ ਉਹ 1 ਡੋਜ਼ ਜਾਂ 2 ਡੋਜ਼ ਦੇ ਬਾਅਦ ਕਿਸ ਤਰ੍ਹਾਂ ਇਵਾਲਵ ਹੋਣੀ ਹੈ। ਪਹਿਲਾਂ ਕਹਿੰਦੇ ਸੀ ਵੀ ਜਦੋਂ ਡੋਜ਼ ਸੀ ਇੱਕ ਫਿਰ ਆਪਾਂ ਲਾਣੀ ਹੈ 42 ਦਿਨਾਂ ਬਾਅਦ, ਹੁਣ ਆ ਗਿਆ 4 ਮਹੀਨਿਆਂ ਬਾਅਦ, ਤਾਂ ਕਹਾਣੀ ਤਾਂ ਬਦਲਦੀ ਪਈ ਹੈ। ਪਰ ਕੀ ਕੰਪੋਨੈਂਟ ਹੈ ਵੀ ਤੁਸੀਂ ਜਿਹੜਾ ਵੀ ਤੁਹਾਨੂੰ ਵੈਕਸੀਨੇਸ਼ਨ ਤੁਹਾਡੀ ਹੈਲਥ ਅਥਾਰਟੀ ਵਾਲੇ ਅਫੀਸ਼ੀਅਲਸ ਫੋਨ ਕਰਦੇ ਨੇ ਵੀ ਆਹ ਭਾਈ ਸਾਹਿਬ ਔਰ ਭੈਣ ਜੀ ਔਰ ਆਂਟੀ ਜੀ ਅੰਕਲ ਜੀ ਆਹ ਤੁਹਾਡਾ ਵੈਕਸੀਨੇਸ਼ਨ ਹੈ, ਇਹਦਾ ਮਤਲਬ ਵੀ ਤੁਹਾਡੇ ਵਾਸਤੇ ਉਹੀ ਠੀਕ ਹੈ। ਤੁਸੀਂ ਉਹਨਾਂ ਨੂੰ ਸਵਾਲ ਕਰੋ, ਉਹਨਾਂ ਵਾਸਤੇ ਉਹ ਕੁਐਸਚਨ ਕਰੋ ਵੀ ਮੇਰੇ ਕੋਲ ਆਪਸ਼ਨਸ ਕੀ ਨੇ, ਉਹਦੇ ਨਾਲ ਗੱਲ ਨਹੀਂ ਬਣਨੀ। ਕਿਉਂਕਿ ਜਿਹੜੀ ਜੇ 55 ਸਾਲ ਤੋਂ ਥੱਲੇ ਬੰਦ ਕਰਤਾ ਤੇ 55 ਸਾਲ ਤੋਂ ਉੱਪਰ ਵਾਲਿਆਂ ਵਾਸਤੇ ਵੀ ਇੰਜੈਕਸ਼ਨ ਅਵੇਲੇਬਲ ਹੈਗਾ। ਫਾਈਜ਼ਰ ਵੀ ਪਹਿਲਾਂ ਸੀ, ਮੋਡਰਨਾ ਸੀ, ਇਸ ਹਫਤੇ ਹੋਰ ਆ ਰਹੀਆਂ ਡੋਜ਼ਸ, ਐਸਟਰਾਜ਼ੈਨੇਕਾ ਦੀਆਂ ਡੋਜ਼ਸ ਹੋਰ ਆ ਰਹੀਆਂ। ਅਪ੍ਰੈਲ ਦੇ ਵਿੱਚ ਫਾਈਜ਼ਰ ਨੇ ਹੋਰ ਵਧਾ ਦਿੱਤੇ ਇੰਜੈਕਸ਼ਨ। ਸੋ ਸਾਰਿਆਂ ਨੂੰ ਜਿਹੜਾ ਵੀ ਵੈਕਸੀਨੇਸ਼ਨ ਤੁਹਾਨੂੰ ਮਿਲਦਾ ਉਹ ਤੁਸੀਂ ਲਓ। ਜਿਹੜੇ ਸਾਈਡ ਇਫੈਕਟ ਨੇ ਉਹ ਜਿਹੜੇ ਮੇਜਰ ਸਾਈਡ ਇਫੈਕਟ ਨੇ, ਤੁਸੀਂ BC ਵਿੱਚ ਤੇ ਮੈਂ ਤਾਂ ਨਹੀਂ ਸੁਣਿਆ ਵੀ ਕਿੰਨੇ ਕੁ ਮੇਜਰ ਹੋਏ ਨੇ ਸਾਈਡ ਇਫੈਕਟ, ਕਿਉਂਕਿ ਜਿਹੜੀ ਇਹਨਾਂ ਦੀਆਂ ਸਾਈਟਸ ਨੇ ਜਿੱਥੇ ਜਾ ਕੇ, ਫॉर ਐਗਜ਼ਾਮਪਲ ਲੈਟਸ ਟਾਕ ਅਬਾਊਟ ਫਰੇਜ਼ਰ ਹੈਲਥ, ਜਿੱਥੇ ਆਪਣੇ ਲੋਕ ਰਹਿ ਰਹੇ ਨੇ, 1.8 ਮਿਲੀਅਨ ਲੋਕ ਨੇ ਇੱਥੇ, ਮੈਕਸਿਮਮ ਨੰਬਰ ਇੱਥੇ ਨੇ। ਅੱਜ ਮੇਰੇ ਖਿਆਲ 1240 ਜਾਂ ਕੇਸਿਸ ਹਨ ਐਕਸਟਰਾ। ਸੋ 1240 ਨੰਬਰ ਦੇਖ ਕੇ ਇੱਕਦਮ ਬੰਦਾ ਡਰ ਜਾਂਦਾ ਵੀ ਪਤਾ ਨਹੀਂ ਕਿੰਨੇ ਕੇਸ ਨੇ, ਪਰ ਐਕਚੁਅਲੀ ਪਾਪੂਲੇਸ਼ਨ ਦੇ ਬੇਸ ਨਾਲ ਜੇ ਆਪਣੀ ਪਾਪੂਲੇਸ਼ਨ 40% ਨੇ ਫਰੇਜ਼ਰ ਹੈਲਥ ਦੇ ਵਿੱਚ ਸਾਰੇ BC ਦੀ, ਤਾਂ ਉਸ ਹਿਸਾਬ ਨਾਲ ਨੰਬਰ ਆਉਣੇ ਨੇ। ਕੀ ਪਾਰਟ ਹੈ ਵੀ ਜਿਹੜਾ ਵੀ ਤੁਹਾਨੂੰ ਵੈਕਸੀਨੇਸ਼ਨ ਤੁਹਾਡੇ ਪ੍ਰੋਫੈਸ਼ਨਲ
ਤੁਹਾਨੂੰ ਆਰਡਰ ਕਰਦੇ ਪਏ ਨੇ, ਤੁਹਾਡੇ ਆਰਡਰ ਨਹੀਂ, ਜਿਹੜਾ ਵੀ ਤੁਹਾਨੂੰ ਰეკਮੈਂਡੇਸ਼ਨ ਹੋ ਰਹੀ ਹੈ ਉਹ ਤੁਸੀਂ ਫਾਲੋ ਕਰੋ ਤੇ ਉਹਦੇ ਤੇ ਜ਼ਿਆਦਾ ਕਿੰਤੂ ਪਰੰਤੂ ਜਿਹੜੇ ਸਾਈਡ ਇਫੈਕਟਸ ਨੇ ਉਹਦੇ ਬਾਰੇ ਤੁਹਾਨੂੰ ਬੜੀ ਵਾਰੀ ਹੋ ਚੁੱਕਾ ਹੈ। ਮਿਲੀਅਨਸ ਆਫ ਲੋਕਾਂ ਨੂੰ ਵੈਕਸੀਨੇਸ਼ਨ ਲੱਗ ਚੁੱਕੇ ਨੇ, ਹੰਡਰਡਸ ਆਫ ਮਿਲੀਅਨਸ ਆਫ ਲੋਕਾਂ ਨੂੰ ਆਲਰੇਡੀ ਇੰਜੈਕਸ਼ਨ ਡਿਫਰੈਂਟ ਤਰ੍ਹਾਂ ਦੇ ਲੱਗ ਚੁੱਕੇ ਨੇ। ਕਿੰਨੇ ਕੁ ਲੋਕ ਨੇ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ। ਫॉर ਐਗਜ਼ਾਮਪਲ ਵੀ ਤਾਂ ਇੱਕ ਜਿਹੜਾ ਨਾ ਈਵਨ ਐਕਸੀਡੈਂਟ ਦੇ ਸਪੋਜ਼ ਵੀ ਗੱਡੀ ਚਲਾ ਰਹੇ ਹੋ, ਤੁਹਾਡੇ ਚਾਂਸਸ 1 in 100 ਨੇ ਵੀ ਐਕਸੀਡੈਂਟ ਨਾਲ ਵੀ ਪ੍ਰੋਬਲਮ ਆ ਸਕਦੀ ਹੈ। ਤੁਸੀਂ ਕੋਈ ਹੋਰ ਵੀ ਜਿਹੜੀਆਂ ਕਾਰਡੀਓਵਾਸਕੂਲਰ ਆਪਣੀਆਂ ਡਿਜ਼ੀਜ਼ ਨੇ ਉਹਦੇ ਨਾਲ ਵੀ ਬੰਦੇ ਨੂੰ ਪ੍ਰੋਬਲਮ ਆ ਸਕਦੀ ਹੈ। ਹੋਰ ਕਈ ਤਰ੍ਹਾਂ ਦੇ ਇਸ਼ੂਜ਼ ਹੋ ਸਕਦੇ ਜਿਹਦੇ ਨਾਲ ਇਨਸਾਨ ਦੀ ਮੌਤ ਹੋ ਸਕਦੀ ਹੈ। ਪਰ ਇਹ ਜਿਹੜਾ ਨਾ ਇਹਨੂੰ ਜਦੋਂ ਤੁਸੀਂ ਕਲੋਜ਼ ਟੂ 8 ਬਿਲੀਅਨ ਲੋਕ ਉਹਨਾਂ ਨੂੰ ਇੰਜੈਕਸ਼ਨ ਲੱਗਣਾ 100 ਮੇਰੇ ਖਿਆਲ 92 ਜਾਂ 182 ਕੰਟਰੀਜ਼ ਇਨਵੋਲਵ ਨੇ, 150 ਦੇ ਤਕਰੀਬਨ ਵੈਕਸੀਨੇਸ਼ਨ ਬਣਦੇ ਪਏ ਨੇ। 5 ਵੈਕਸੀਨੇਸ਼ਨ ਕੈਨੇਡਾ ਵਿੱਚ ਅਪਰੂਵ ਨੇ ਆਲਮੋਸਟ। ਇਸ ਤੋਂ ਇਲਾਵਾ ਬਾਕੀ ਕੰਟਰੀਆਂ ਵਿੱਚ ਵੈਕਸੀਨੇਸ਼ਨ ਨੇ। ਦੁਨੀਆ ਵਿੱਚ ਤੇ ਕਹਾਣੀ ਚੱਲਦੀ ਪਈ ਹੈ, ਉਹ ਗੱਡੀ ਤਾਂ ਬੰਦ ਨਹੀਂ ਹੋਣੀ। ਪਰ ਆਪਾਂ ਨੂੰ ਉਸੇ ਜਿਹੜੀ ਤੁਹਾਨੂੰ ਵੈਕਸੀਨੇਸ਼ਨ ਦੀ ਗੱਡੀ ਦੇ ਵਿੱਚ ਜਿਹੜਾ ਤੁਹਾਨੂੰ ਡੱਬਾ ਮਿਲਦਾ ਤੁਹਾਡੇ ਵਾਸਤੇ ਉਹ ਹੀ ਫਿੱਟ ਹੈ। ਤੁਸੀਂ ਉਹ ਡੱਬੇ 'ਚ ਬਹਿ ਜਾਓ ਤੇ ਆਪਣਾ ਪਾਰ ਲੱਗਿਆ ਕੰਮ, ਨਹੀਂ ਤੇ ਪ੍ਰੋਬਲਮ ਹੋਣੀ ਹੈ। ਫਿਰ ਤੁਸੀਂ ਕਹਿਣਾ ਵੀ ਸਾਨੂੰ ਵੈਕਸੀਨੇਸ਼ਨ ਮਿਲਿਆ। ਜੇ ਤੁਹਾਨੂੰ ਕੋਈ ਵੀ ਤੁਹਾਡੇ ਮਨ ਦੇ ਵਿੱਚ ਸ਼ੱਕ ਹੈ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰੋ। ਪਰ ਜਿਹੜਾ ਕਿਉਂਕਿ ਸਾਡੇ ਸਾਰਿਆਂ ਕੋਲ ਇਨਫੋਰਮੇਸ਼ਨ ਹੈਗੀ ਹੈ, ਪੜ੍ਹਨਾ ਤੇ ਪੈਂਦਾ ਹੀ, ਲੋਕਾਂ ਨਾਲ ਪੇਸ਼ੈਂਟ ਨਾਲ ਗੱਲ ਵੀ ਕਰਨੀ ਪੈਂਦੀ, ਇਨਫੋਰਮੇਸ਼ਨ ਵੀ ਪ੍ਰੋਵਾਈਡ ਕਰਨੀ ਪੈਂਦੀ ਹੈ। ਜਿਹੜਾ ਵਨ ਕਾਮਨ ਕੁਐਸਚਨ ਆ ਰਿਹਾ ਬਾਰ-ਬਾਰ ਵੀ ਇਹ ਵੈਕਸੀਨੇਸ਼ਨ ਠੀਕ ਹੈ ਕਿ ਨਹੀਂ ਆ, ਇਹਦੇ ਵਿੱਚ ਪ੍ਰੋਬਲਮ ਤੇ ਨਹੀਂ ਆ ਸਕਦੀ, ਮੈਂ ਬਿਮਾਰ ਤੇ ਨਾ ਹੋਵਾਂਗਾ, ਮੇਰੀ ਕਿਡਨੀਜ਼ ਪ੍ਰੋਬਲਮ ਹੈ, ਮੇਰੀ ਕਿਡਨੀਜ਼ ਨਾ ਹੋਰ ਖਰਾਬ ਹੋ ਜਾਣਗੀਆਂ, ਮੇਰੇ ਲੰਗਸ ਨੂੰ ਮੈਨੂੰ ਪ੍ਰੋਬਲਮ ਆਏਗੀ। ਸੋ ਭਲੇ ਲੋਕੋ ਉਸੇ ਕੰਮ ਲਈ ਤੇ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਤੇ ਵੈਕਸੀਨੇਸ਼ਨ ਹੈ। ਉਹਨਾਂ ਗੱਲਾਂ ਕਰਕੇ ਤੇ ਵੈਕਸੀਨੇਸ਼ਨ ਲਾਣਾ ਤੇ ਜੇ ਤੁਸੀਂ ਉਹਨਾਂ ਦੀ ਫਿਕਰ ਕਰੋਗੇ ਤੇ ਗੱਲ ਨਹੀਂ ਬਣਨੀ। ਸੋ ਜਿਹੜਾ ਨੌਲੇਜ ਹੈ ਨਾ, ਉਹਨੂੰ ਜਿਹੜਾ ਬੇਸਿਕ ਨੌਲੇਜ ਹੈ ਉਹ ਸਾਡਾ ਹੋਣਾ ਬੜਾ ਜ਼ਰੂਰੀ ਹੈ। ਇਸੇ ਕਰਕੇ ਹੀ ਤੁਸੀਂ ਦੇਖਿਆ ਸੋਸ਼ਲ ਮੀਡੀਆ ਦੇ ਵਿੱਚ ਲਾਸਟ ਫਿਊ ਡੇਜ਼ ਬੈਕ ਉਹਨਾਂ ਨੇ ਇੱਕ ਕੰਟਰੀ ਉਹਦਾ ਮੈਂ ਨਾਂ ਨਹੀਂ ਲੈਣਾ, ਮੇਰੇ ਮਗਰ ਪੈ ਜਾਣਗੇ ਫਿਰ ਉਹ ਕਿ ਉਹਨਾਂ ਨੇ ਕੋਈ ਮਿਸ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਤੇ ਉਹਨਾਂ ਨੇ ਸੋਸ਼ਲ ਮੀਡੀਆ ਨੇ ਉਹਨਾਂ ਦਾ ਪੇਜ ਹੀ ਬਲੌਕ ਕਰਤਾ। ਇਸ ਤੋਂ ਇਲਾਵਾ ਇੱਕ ਹੋਰ ਵੀ ਜਿਹੜੇ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਪਏ ਨੇ ਕਿ ਸ਼ਰਤੀਆ ਇਲਾਜ ਹੈ, ਤੁਸੀਂ 2 ਹਫ਼ਤਿਆਂ ਲਈ ਇੱਥੇ ਬਹਿ ਜਾਓ, ਤੁਸੀਂ ਫਲਾਣੀ ਜਗ੍ਹਾ ਚੱਲ ਜਾਓ। ਉਹ ਗੱਲਾਂ ਜਿਹੜੀਆਂ ਨਾ ਸਾਡੇ ਜਿਹੜਾ ਸਾਊਥ ਏਸ਼ੀਅਨ ਭਾਈਚਾਰਾ ਨਾ, ਮੇਰੇ ਹਿਸਾਬ ਨਾਲ ਉਹਨਾਂ ਨੇ ਇਸ ਸਮੇਂ ਦੇ ਵਿੱਚ ਬੜੀ ਰਿਸਪੌਂਸੀਬਲ ਤਰੀਕੇ ਨਾਲ ਇਸ ਚੀਜ਼ ਨੂੰ ਜਿਹੜਾ ਨਾ ਦੂਜੀਆਂ ਦੇਸੀ ਦਵਾਈਆਂ ਚੱਕਰਾਂ 'ਚ ਨਹੀਂ ਪਏ, ਉਹਨਾਂ ਨੇ ਫੋਲੋ ਕੀਤਾ। ਪਰ ਹੁਣ ਜਿਹੜਾ ਅਨਫੋਰਚੂਨੇਟਲੀ ਹੋ ਰਿਹਾ ਵੀ ਜਿਹੜੇ ਵੇਰੀਐਂਟਸ ਬਹੁਤ ਨੇ ਉਹਨਾਂ ਦੀ ਸਪਰੈਡ ਦਾ ਰੇਟ ਬੜਾ, ਯੰਗਰ ਏਜ ਗਰੁੱਪ 'ਚ ਇਨਵੋਲਵਮੈਂਟ ਹੋ ਰਹੀ ਹੈ। ਕੱਲ੍ਹ ਸਾਡੇ ਪ੍ਰੀਮੀਅਰ ਨੇ ਕਿੰਨੀ ਲੋਕਾਂ ਨੂੰ ਰਿਕੁਐਸਟ ਕੀਤੀ ਵੀ ਰਹਿਮ ਕਰੋ ਆਪਣੇ ਮਾਂ-ਬਾਪ ਤੇ ਆਪਣੇ ਆਪ ਤੇ ਵੀ। ਜੇ ਤੁਸੀਂ ਇਸ ਚੀਜ਼ ਨੂੰ ਇਹਨੂੰ ਨਾ ਰੋਕਥਾਮ ਕਰਾਂਗੇ ਇਹ ਪ੍ਰੋਬਲਮ ਹੋਣੀ ਹੈ। ਬਿਲਕੁਲ, ਉਹਨਾਂ ਨੂੰ ਮਾਫੀ ਮੰਗਣ ਲਈ ਕਿਹਾ ਗਿਆ ਇਸ ਸਟੇਟਮੈਂਟ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸੌਰੀ ਬੋਲੋ ਉਸ ਪੋਪੂਲੇਸ਼ਨ ਨੂੰ। ਪਰ ਇਹ ਹੈ ਕਿ ਉਹਨਾਂ ਦੀ ਸੇਫਟੀ ਦੇ ਲਈ, ਉਹਨਾਂ ਦੀ ਭਲੇ ਦੇ ਲਈ ਹੀ ਜਿਹੜਾ ਪ੍ਰੀਮੀਅਰ ਵੀ ਕਹਿ ਰਹੇ ਨੇ ਜਾਂ ਕੋਈ ਵੀ ਹੈਲਥ ਆਫੀਸ਼ੀਅਲ ਆ ਉਹ ਗੱਲ ਕਰ ਰਹੇ ਨੇ। ਉਹ ਇਹ ਜਿਹੜੀ ਗੱਲ ਦੇਖੋ, ਇਹ ਫਿਰ ਉਹੀ ਨੈਰੋ ਜਿਹੜੀ ਨਾ ਲੋਕਾਂ ਦੀ ਆਪੋ ਆਪਣੀ ਸੋਚ ਹੈ। ਮੈਂ ਕਿਸੇ ਬਾਰੇ ਤੇ ਕੀ ਕਹਿਣਾ, ਇੰਨੀ ਜਿਹੜਾ ਓਵਰਆਲ ਜਿਹੜੀ ਪਬਲਿਕ ਹੈ ਨਾ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਵੀ ਸਰਕਾਰ ਟਾਈਮ ਦੀ ਹੈ ਉਹ ਆਪਣੇ ਹਿਸਾਬ ਨਾਲ ਬਹੁਤ ਚੰਗਾ ਕੰਮ ਕਰਦੇ ਪਏ ਨੇ। ਪ੍ਰੀਮੀਅਰ ਨੇ ਰਿਕੁਐਸਟ ਕੀਤੀ ਹੈ ਵੀ ਤੁਸੀਂ ਇਹ ਕੰਮ ਨਾ ਕਰੋ। ਜਦੋਂ ਤੁਹਾਨੂੰ ਪਤਾ ਵੀ ਜੇ ਤੁਹਾਡੀ ਸਪੀਡ ਹੈਗੀ 60 ਦੀ, ਤੁਸੀਂ 100 ਤੇ ਗੱਡੀ ਨਹੀਂ ਚਲਾ ਸਕਦੇ। ਜਦੋਂ ਤੁਹਾਨੂੰ ਕਿਹਾ ਵੀ ਤੁਹਾਡੀ ਇਹ ਤੁਸੀਂ 6 ਦੀ ਗੈਦਰਿੰਗ ਨਹੀਂ ਕਰਨੀ, ਤੁਸੀਂ ਬਾਹਰ ਜਦੋਂ ਜਾਣਾ ਤੁਸੀਂ ਆਪ ਮਾਸਕ ਲਾਉਣਾ। ਇਹ ਮਾਸਕ ਲਾਉਣ ਤੋਂ ਬਾਅਦ ਜੇ ਤੁਸੀਂ ਕੋਈ ਸ਼ਾਪ ਵਿਜ਼ਿਟ ਕਰਦੇ ਪਏ ਹੋ ਤੁਹਾਨੂੰ ਆਪਣਾ ਨਾਂ ਲਿਖਾਉਣਾ ਪੈਣਾ, ਫੋਨ ਨੰਬਰ ਦੇਣਾ ਪੈਣਾ। ਟ੍ਰੇਸਿੰਗ ਕਿਸ ਤਰ੍ਹਾਂ ਹੋਣੀ ਹੈ ਜੇ ਤੁਸੀਂ ਕੋਈ ਮੈਂ ਨਹੀਂ ਰਖਵਾਉਣਾ, ਮੈਂ ਨਹੀਂ ਜਾਣਾ, ਮੈਨੂੰ ਕੋਈ ਪ੍ਰੋਬਲਮ ਨਹੀਂ, ਆਈ ਡੋਂਟ ਕੇਅਰ ਵੀ ਮੇਰੀ ਪ੍ਰੋਬਲਮ ਨਹੀਂ ਹੈਗੀ, ਬਾਕੀਆਂ ਦੀ ਬਜ਼ੁਰਗਾਂ ਦੀ ਪ੍ਰੋਬਲਮ ਹੈ। ਇਹ ਬਿਲਕੁਲ ਨੌਨਸੈਂਸ ਹੈ। ਜੇ ਕੋਈ ਤੁਹਾਨੂੰ ਰਿਸਪੌਂਸੀਬਲ ਬੰਦਾ ਕਿਸੇ ਸਟਰਕਚਰ ਦੇ ਵਿੱਚ ਰਹਿ ਕੇ ਤੁਹਾਨੂੰ ਤੱਥਾਂ ਦੇ ਆਧਾਰਿਤ ਗੱਲ ਕਰਕੇ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਪਏ ਨੇ, ਯੂ ਸ਼ੁੱਡ ਬੀ ਗ੍ਰੇਟਫੁਲ ਵੀ ਤੁਹਾਨੂੰ ਉਹ ਰਿਕੁਐਸਟ ਕਰਦੇ ਪਏ ਨੇ, ਦੱਸਦੇ ਪਏ ਨੇ ਰੂਲਸ ਨੇ, ਰੂਲਸ ਨੂੰ ਫੋਲੋ ਕਰਨਾ ਪੈਣਾ। ਫॉर ਐਗਜ਼ਾਮਪਲ ਜੇ ਹੁਣ ਲੌਂਗ ਵੀਕਐਂਡ ਆ ਰਿਹਾ, ਜੇ ਹੁਣ ਸਾਰੀ ਜਨਤਾ ਤੁਰ ਪਏ ਬਾਹਰ ਨੂੰ ਤੇ ਤੁਸੀਂ ਬੀਚ ਤੇ ਚਲੇ ਜਾਓ, ਓਕਾਨਾਗਨ ਵੈਲੀ ਚਲੇ ਜਾਓ, ਕਿਤੇ ਹੋਰ ਜਾਣਾ, ਟਰੈਵਲ ਕਰਦੇ ਪਿਓ ਤੇ ਤੁਸੀਂ ਵੈਕਸੀਨੇਸ਼ਨ ਤੇ ਕਰਾਈ ਨਹੀਂ, ਤੁਹਾਡੀ ਟ੍ਰੇਸਿੰਗ ਕਿਸ ਤਰ੍ਹਾਂ ਹੋਣੀ ਹੈ? ਦੁਕਾਨ ਤੋਂ ਦੁਕਾਨ ਜਾਣਾ, ਪਹਿਲਾਂ ਗੈਸ ਸਟੇਸ਼ਨ ਜਾਣਾ, ਫਿਰ ਸਮਾਨ ਖਰੀਦਣਾ, ਫਿਰ ਫਲਾਣੀ ਜਗ੍ਹਾ ਹੱਥ ਲਾਣਾ, ਫਿਰ ਫਲਾਣੀ ਜਗ੍ਹਾ ਪਾਰਟੀ ਕਰਨੀ ਹੈ।
ਪ੍ਰੋਬਲਮ ਤੇ ਆਉਣੀ ਹੈ। ਸੋ ਜਿਹੜਾ 19 ਅਪ੍ਰੈਲ ਤੱਕ ਜਿਹੜੇ ਰੂਲ ਬਣਾਏ ਨੇ ਉਹ ਸਾਨੂੰ ਫਾਲੋ ਕਰਨੇ ਚਾਹੀਦੇ ਨੇ। ਉਹਨੂੰ ਜਿਹੜਾ ਨਾ ਹੈਲਥ ਦਾ ਜਿੱਥੇ ਕੰਮ ਹੁੰਦਾ ਉਹਨੂੰ ਕਿੰਤੂ ਪਰੰਤੂ ਕਰਨਾ ਮੈਂ ਸਮਝਦਾ ਵੀ ਆਪਣੇ ਆਪ ਨੂੰ ਹੀ ਧੋਖਾ ਦੇਣ ਵਾਲੀ ਗੱਲ ਹੈ, ਕਿਉਂਕਿ ਜਿਹੜੇ ਰਿਸਪੌਂਸੀਬਲ ਲੋਕ ਨੇ ਉਹਨਾਂ ਦਾ ਫਰਜ਼ ਬਣਦਾ ਕਿ ਇਨਫੋਰਮੇਸ਼ਨ ਪ੍ਰੋਵਾਈਡ ਕਰਨ। ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ ਜਿਹੜੀ ਅਥੈਂਟਿਕ ਹੈ। ਜਿਹੜੇ ਵੀ ਪੋਜੀਸ਼ਨ ਆਫ ਹੈਗੇ ਨੇ ਜਿੱਥੇ ਟਰਸਟ ਬਣਿਆ ਜਾਂ ਜਿਨ੍ਹਾਂ ਨੂੰ ਰਿਸਪੌਂਸਿਬਿਲਿਟੀ ਦਿੱਤੀ ਹੈ ਉਹਨਾਂ ਦੀ ਰਿਸਪੌਂਸਿਬਿਲਿਟੀ ਨੂੰ ਤੁਸੀਂ ਜੇ ਉਹਨਾਂ ਨੂੰ ਨਹੀਂ ਫਾਲੋ ਕਰ ਸਕਦੇ ਤੇ ਉਹ ਫਿਰ ਮੈਂ ਸਮਝਦਾ ਬੜੀ ਮਾੜੀ ਗੱਲ ਹੈ। ਡਾਕਟਰ ਜੀ ਮੈਂ ਜਿੱਦਾਂ ਹੁਣ ਤੁਸੀਂ ਕਿਹਾ ਕਿ ਜਿਹੜੀ ਵੀ ਦਵਾਈ ਸਾਨੂੰ ਲੱਗ ਰਹੀ ਹੈ ਉਹ ਹੈਲਥ ਆਫੀਸ਼ੀਅਲ ਨੇ ਅਪਰੂਵ ਕੀਤੀ ਹੈ ਫਿਰ ਸਾਨੂੰ ਲੱਗ ਰਹੀ ਹੈ। ਬਹੁਤ ਸਾਰੇ ਲੋਕ ਸਵਾਲ ਕਰਦੇ ਨੇ ਕਿ ਤੁਸੀਂ ਹਰ ਵਾਰ ਵੈਕਸੀਨੇਸ਼ਨ ਦੀ ਕਿਉਂ ਗੱਲ ਕਰਦੇ ਹੋ, ਹਰ ਵਾਰ ਕੋਵਿਡ ਕਿਉਂ ਕਰ ਰਹੇ ਹੋ, ਐਵੇਂ ਵਹਿਮ ਫੈਲਾਇਆ ਹੋਇਆ। ਪਰ ਅਸੀਂ ਇੱਥੇ ਇਹ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਹੈ, ਜਿਹੜੀ ਵੀ ਲੇਟੈਸਟ ਇਨਫੋਰਮੇਸ਼ਨ ਹੈ ਉਹ ਸਾਡੇ ਸਾਰੇ ਵਿਊਅਰਸ ਤੱਕ ਪਹੁੰਚਾਈ ਜਾਵੇ। ਉਹਨਾਂ ਨੂੰ ਦੱਸਿਆ ਜਾਵੇ ਕਿ ਹੈਲਥ ਆਫੀਸ਼ੀਅਲਸ ਕੀ ਕਰ ਰਹੇ ਨੇ, ਗਵਰਨਮੈਂਟ ਕੀ ਕਰ ਰਹੀ ਹੈ। ਗਵਰਨਮੈਂਟ ਜੋ ਹੈ ਪ੍ਰੋਵਾਈਡ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ। ਪਿਛਲੇ ਦਿਨੀ ਫਾਈਜ਼ਰ ਦੀ ਹੁਣ ਅਸੀਂ ਗੱਲ ਕਰ ਰਹੇ ਹਾਂ ਮੋਡਰਨਾ ਲੱਗ ਰਹੀ ਹੈ, ਉਹ ਕਹਿੰਦੇ ਕਿ ਉਹਦੀ ਪਹਿਲੀ ਡੋਜ਼ ਹੀ ਇੰਨੀ ਇਫੈਕਟਿਵ ਆ, ਹਾਈਲੀ ਇਫੈਕਟਿਵ ਕਿਹਾ ਜਾਂਦਾ ਕਿ ਦੂਜੀ ਡੋਜ਼ ਤੇ ਜਿੰਨਾ ਮਰਜ਼ੀ ਗੈਪ ਹੋਵੇ ਉਹ ਤੁਸੀਂ ਦੂਜੀ ਡੋਜ਼ ਬਾਅਦ ਚ ਵੀ ਲੱਗ ਸਕੂਗੀ, ਪਹਿਲਾਂ ਇੱਕ ਡੋਜ਼ ਨਾਲ ਸਾਰਿਆਂ ਨੂੰ ਸਿਕਿਉਰ ਕਰ ਲਿਆ ਜਾਵੇ। ਤੇ ਫਿਰ ਹੁਣ ਦੂਜੇ ਪਾਸੇ ਰਿਸਟ੍ਰਿਕਸ਼ਨਸ ਲੱਗ ਰਹੀਆਂ ਨੇ ਕਿਉਂਕਿ ਇਹ ਵੀ ਸਵਾਲ ਉਠਾਏ ਜਾ ਰਹੇ ਨੇ ਗਵਰਨਮੈਂਟ ਦੇ ਉੱਤੇ ਕਿ ਪਿਛਲੇ ਹਫਤੇ ਤਾਂ ਤੁਸੀਂ ਰਿਲੈਕਸੇਸ਼ਨ ਦੇਤੀ ਸੀ ਕਿਉਂਕਿ ਹੁਣ ਵਿਸਾਖੀ ਆ ਰਹੀ ਹੈ, ਹੋਰ ਬਹੁਤ ਸਾਰੇ ਤਿਉਹਾਰ ਆ ਰਹੇ ਨੇ, ਈਸਟਰ ਆ ਰਿਹਾ ਤੇ ਉਹਦੇ ਕਰਕੇ ਤੁਸੀਂ ਰਿਲੈਕਸੇਸ਼ਨ ਦੇਤੀ ਸੀ 50 ਦੀ ਤੇ ਹੁਣ ਫਿਰ ਤੋਂ ਕੈਂਸਲ ਕਰ ਦਿੱਤੀ ਕਿਉਂਕਿ ਕੇਸ ਜਿਹੜੇ ਨੇ ਵਧਣ ਲੱਗ ਗਏ ਨੇ। ਹੁਣ ਉਹਨੂੰ ਲੈ ਕੇ ਵੀ ਕਨਫਿਊਜ਼ਨ ਆ ਲੋਕਾਂ ਦੇ ਵਿੱਚ ਕਿ ਇਹ ਇਨਡੋਰ ਡਾਈਨਿੰਗ ਹੈ, ਜਿਮ ਦੇ ਵਿੱਚ ਤੁਸੀਂ ਜਾਣਾ ਹੈ, ਪਰਸਨਲ ਟ੍ਰੇਨਿੰਗ ਲੈ ਸਕਦੇ ਹੋ ਬਾਹਰ, ਪਰ ਅੰਦਰ ਤੁਸੀਂ ਇਕੱਠੇ ਨਹੀਂ ਹੋ ਸਕਦੇ, ਪਰ ਬਾਹਰ 10 ਲੋਕ ਅਜੇ ਵੀ ਇਕੱਠੇ ਹੋ ਸਕਦੇ ਆ। ਵਿਸਲਰ ਨੂੰ ਬੰਦ ਕਰ ਦਿੱਤਾ ਗਿਆ। ਇਹ ਕਨਫਿਊਜ਼ਨ ਜਿਹੜੀ ਕ੍ਰੀਏਟ ਹੋ ਰਹੀ ਹੈ ਉਹਨੂੰ ਲੈ ਕੇ ਕੀ ਕਹੋਗੇ? ਦੇਖੋ ਕਨਫਿਊਜ਼ਨ ਜਿਹੜਾ ਕਿਉਂਕਿ ਇਹਦੀ ਜਿਹੜੀ ਹਿਸਟਰੀ ਹੈ ਹਿਸਟਰੀ ਬਦਲਦੀ ਪਈ ਹੈ। ਹਿਸਟਰੀ ਜਿਉਂ-ਜਿਉਂ ਇਹਦੀ ਕਹਾਣੀ ਬਦਲਦੀ ਹੈ ਉਹਨੂੰ ਐਡਜਸਟ ਕਰਨ ਵਾਸਤੇ, ਲੋਕਾਂ ਦੀ ਸਿਹਤ ਬਚਾਉਣ ਵਾਸਤੇ ਜਿਹੜੇ ਵੀ ਅਫੀਸ਼ੀਅਲਸ ਨੇ ਉਹ ਇੱਕ ਸੈਟ ਆਫ ਪ੍ਰਿੰਸੀਪਲ ਤੇ ਸੈਟ ਆਫ ਗੋਲਸ ਨੇ, ਇੱਕ ਡਾਇਰੈਕਸ਼ਨ ਹੈ, ਉਹਦੇ ਤੇ ਕੰਮ ਕਰਦੇ ਪਏ ਨੇ। ਉਹ ਆਪਣੇ ਆਪ ਕਹਾਣੀ ਨਹੀਂ ਬਣਾ ਸਕਦੇ ਵੀ ਅੱਜ ਮੈਂ ਫਲਾਣੇ ਗਰੁੱਪ ਨੂੰ ਖੁਸ਼ ਕਰਨਾ ਹੈ, ਇਹ ਫਲਾਣੀ ਕਮਿਊਨਿਟੀ ਨੂੰ ਮੈਂ ਗੁੱਸੇ ਨਹੀਂ ਕਰਨਾ, ਫਲਾਣੀ ਕਮਿਊਨਿਟੀ ਗੁੱਸੇ ਹੋ ਜਾਏਗੀ, ਫਲਾਣਾ ਏਜ ਗਰੁੱਪ ਗੁੱਸੇ ਹੋ ਜਾਏਗਾ। ਦਿਸ ਇਜ਼ ਗੋਇੰਗ ਟੂ ਅਫੈਕਟ ਐਵਰੀਵਨ। ਮੈਂ ਤਾਂ ਇਹਦੇ ਵਿੱਚ ਬੜੀ ਸਿੰਪਲ ਜੀ ਐਗਜ਼ਾਮਪਲ ਹੈ। ਫॉर ਐਗਜ਼ਾਮਪਲ ਤੁਸੀਂ ਹੁਣ ਸਾਰਾ ਆਪਣਾ ਪ੍ਰੋਗਰਾਮ ਵੇਖਣ ਵਾਲੇ ਤੁਸੀਂ ਕਿਸੇ ਨਾ ਕਿਸੇ ਨੂੰ ਤੇ ਜਾਣਦੇ ਹੋ ਵੀ ਜਿਨ੍ਹਾਂ ਨੂੰ ਇਹ ਕੋਵਿਡ-19 ਪੋਜ਼ਿਟਿਵ ਹੋਇਆ, ਤੁਹਾਡੇ ਨਜ਼ਰ ਦੇ ਵਿੱਚ ਕੋਈ ਨਾ ਕੋਈ ਤਾਂ ਹੋਣਾ। ਉਹਦੇ ਵਿੱਚੋਂ ਜਿਹੜੇ ਮੋਸਟਲੀ ਰਿਕਵਰ ਹੋਏ ਨੇ, ਪਰ ਜਿਹੜੇ ਨਹੀਂ ਰਿਕਵਰ ਹੋਏ ਉਹਨਾਂ ਦੀ ਫੈਮਿਲੀ ਨੂੰ ਤੁਸੀਂ ਪੁੱਛ ਕੇ ਦੇਖੋ ਵੀ ਕੀ ਹੋਇਆ। ਉਹਨਾਂ ਦੀ ਫੈਮਿਲੀ ਨੂੰ ਪੁੱਛੋ ਵੀ ਜਦੋਂ ਉਹ ਹਸਪੀਟਲ 'ਚ ਬੰਦਾ ਐਡਮਿਟ ਹੁੰਦਾ ਉਸ ਤੋਂ ਬਾਅਦ ਪ੍ਰੋਟੋਕਾਲ ਕਿਸ ਤਰ੍ਹਾਂ ਹੁੰਦਾ, ਕੀ ਫੋਲੋ ਕਰਦੇ ਨੇ। ਮੋਸਟ ਆਫ ਦੀ ਟਾਈਮ ਉਹ ਸਾਰਾ ਚੰਗਾ ਰਿਜ਼ਲਟ ਹੈ, ਬਟ ਕਈ ਵਾਰੀ ਰਿਜ਼ਲਟ ਚੰਗਾ ਨਹੀਂ ਹੁੰਦਾ। ਉਹਦੇ ਵਿੱਚੋਂ ਲੋਕਾਂ ਦੀ ਮੌਤ ਵੀ ਹੋ ਗਈ ਹੈ। ਕਈ ਬੜੇ ਇਹੋ ਜਿਹੀ ਸਿਚੁਏਸ਼ਨ ਨੇ, ਬੜੀਆਂ ਕੰਪਲੈਕਸ ਨੇ, ਫਿਰ ਆਪਾਂ ਬਲੇਮਿੰਗ, ਫਿਰ ਆਪਾਂ ਹੋਰ ਸਿਸਟਮ ਵਿੱਚ ਚੱਲ ਪੈਂਦੇ ਹਾਂ। ਪਰ ਜਿਨ੍ਹਾਂ ਲੋਕਾਂ ਦੀ ਫੈਮਿਲੀ ਵਿੱਚ ਕੋਵਿਡ-19 ਹੋ ਚੁੱਕਾ ਉਹਨਾਂ ਨੂੰ ਪੁੱਛੋ, ਜਾਂ ਜਿਹੜੇ ਪੇਸ਼ੈਂਟ ਨੂੰ ਕੋਵਿਡ-19 ਹੋਇਆ ਉਹਦੇ ਨਾਲ ਗੱਲ ਕਰੋ ਵੀ ਇਹਦੇ ਸਿੰਪਟਮ ਕੀ ਨੇ, ਉਹਨਾਂ ਨੂੰ ਪੁੱਛੋ ਵੀ ਕੀ ਹੋਇਆ ਸੀ। ਫॉर ਐਗਜ਼ਾਮਪਲ ਈਵਨ ਜਿਹੜੇ ਯੰਗ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਰ, ਉਹਨਾਂ ਨੂੰ ਕੋਈ ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼, ਕਿਡਨੀ ਦਾ ਕੋਈ ਇਸ਼ੂ ਨਹੀਂ, ਫਿਜ਼ੀਕਲੀ ਪੂਰੇ ਫਿਟ ਨੇ। ਕੋਵਿਡ-19 ਹੋਇਆ, ਥੋੜੀ ਬਹੁਤੀ ਪਹਿਲਾਂ ਤਕਲੀਫ ਹੋਈ, ਕਾਫ ਫੀਵਰ ਵਗੈਰਾ, ਇੱਕ ਦੋ ਦਿਨ ਰਹਿ ਕੇ ਫਿਰ ਉਹਨਾਂ ਨੂੰ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ। ਕਈ ਉਹਨਾਂ 'ਚ ਐਡਮਿਟ ਹੋਏ ਨੇ ਜਿਨ੍ਹਾਂ ਨੂੰ ਨਿਮੋਨੀਆ ਆ ਗਿਆ ਬਾਅਦ ਦੇ ਵਿੱਚ। ਨਿਮੋਨੀਆ ਨੂੰ ਟ੍ਰੀਟ ਕਰਨ ਵਾਸਤੇ ਉਹਨਾਂ ਨੂੰ ਹਸਪੀਟਲ ਐਡਮਿਟ ਕਰਨਾ ਪੈਂਦਾ। ਜਦੋਂ ਤੁਸੀਂ ਹੋ ਜਾਂਦੇ ਹੋ ਹਸਪੀਟਲ ਦੇ ਵਿੱਚ ਸਪੈਸ਼ਲ ਕੇਅਰ ਦੇ ਵਿੱਚ ਐਡਮਿਟ, ਉਹਦਾ ਮਤਲਬ ਇਹ ਕਿ ਤੁਹਾਨੂੰ ਇੱਕ ਪ੍ਰੋਟੋਕਾਲ ਸਾਨੂੰ ਫਾਲੋ ਕਰਨਾ ਪੈਂਦਾ। ਨਾ ਤੇ ਉਹਦੇ ਵਿੱਚ ਫੈਮਿਲੀ ਡਾਕਟਰ ਜਾ ਕੇ ਉੱਥੇ ਜਾ ਕੇ ਇੰਟਰਫੀਅਰ ਕਰ ਸਕਦਾ, ਨਾ ਹੀ ਕੋਈ ਬਾਹਰ ਦਾ ਡਾਕਟਰ ਕਰ ਸਕਦਾ। ਅਸੀਂ ਜਿਹੜੇ ਲੋਕ ਆ ਬਾਹਰ ਕਮਿਊਨਿਟੀ ਬੇਸਡ ਪ੍ਰੈਕਟੀਸ਼ਨਰਸ ਆ ਸਾਰੇ, ਅਸੀਂ ਉਹਨਾਂ ਨੂੰ ਟਰਾਈ ਕਰਨੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੇ। ਮੋਸਟ ਆਫ ਦੀ ਟਾਈਮ ਇਨਫੋਰਮੇਸ਼ਨ ਆਉਂਦੀ ਹੈ, ਉਹ ਇਨਫੋਰਮੇਸ਼ਨ ਤੁਸੀਂ ਆਪਣੇ ਪੇਸ਼ੈਂਟ ਨਾਲ ਸ਼ੇਅਰ ਕਰ ਸਕਦੇ ਹੋ। ਓਨਲੀ 1 or 2 ਪੀਪਲ। ਇਹ ਤਾਂ ਨਹੀਂ ਕਰ ਸਕਦੇ ਵੀ ਇੱਕ ਘਰ ਦੇ ਵਿੱਚ ਇੱਕ ਬੰਦਾ ਬਿਮਾਰ ਹੈ ਤੇ 20 ਬੰਦਿਆਂ ਨਾਲ ਗੱਲ ਤਾਂ ਨਹੀਂ ਹੋ ਸਕਦੀ। ਹੋਰ ਜਿਹੜੀ ਇਹਦਾ ਬੈਸਟ ਤਰੀਕਾ ਵੀ ਇਹਨੂੰ ਕਨਫਿਊਜ਼ਨ ਨੂੰ ਦੂਰ ਕਰਨ ਵਾਸਤੇ ਦੇਰ ਇਜ਼ ਅ ਪ੍ਰੋਸੀਜਰ ਵੀ ਤੁਸੀਂ ਜਦੋਂ ਐਡਮਿਟ ਹੁੰਦੇ ਹੋ ਉਹ ਜਿਹੜਾ ਸੋਸ਼ਲ ਵਰਕਰ ਨਾਲ ਗੱਲ ਕਰੋ, ਤੁਹਾਡੀ ਨਰਸ ਜਿਹੜੀ ਇੰਚਾਰਜ ਗੱਲ ਕਰਨਗੇ, ਫਿਰ ਤੁਹਾਡੇ ਡਾਕਟਰ ਨਾਲ ਗੱਲ ਕਰਨਗੇ। ਫਿਰ ਉਸ ਤੋਂ ਬਾਅਦ ਜਿਹੜਾ ਐਵਰੀ ਹਾਫ ਐਨ ਆਵਰ ਡਿਸੀਜਨ ਨਹੀਂ ਬਣਾ ਸਕਦੇ ਵੀ ਹੁਣ ਆਹ ਹੋ ਗਿਆ, ਆਹ ਕਿਉਂ ਨਹੀਂ ਹੋਇਆ, ਸਾਡਾ ਜਵਾਬ ਨਹੀਂ ਦਿੱਤਾ, ਸਾਡੀ ਗੱਲ ਨਹੀਂ ਕਰਦੇ, ਸਾਨੂੰ ਅੰਦਰ ਨਹੀਂ ਵੜਨ ਦਿੰਦੇ। ਇਹ ਕਿਸਮ ਦੀ ਜੰਗ ਜਿਹੜੀ ਚੱਲਦੀ ਪਈ ਹੈ ਕੋਵਿਡ ਦੇ ਅਗੇਂਸਟ, ਇਹ ਕਈ ਵਾਰੀ
ਠੰਡ ਪੈ ਜਾਂਦੀ ਹੈ, ਕਈ ਵਾਰੀ ਫਿਰ ਐਕਸਾਈਟਮੈਂਟ ਆ ਜਾਂਦੀ ਹੈ। ਹੁਣ ਇਸ ਦੇ ਵਿੱਚ ਪੂਰੀ ਜ਼ੋਰ ਸ਼ੋਰ ਨਾਲ ਫਿਰ ਐਕਸਾਈਟਮੈਂਟ ਆਈ ਹੈ। ਇਹ ਹੁਣ 3 ਹਫ਼ਤਿਆਂ ਲਈ ਫਾਰ ਐਗਜ਼ਾਮਪਲ ਜੇ ਇਨਡੋਰ ਹੁਣ ਅਸੀਂ ਐਜ਼ ਵੀਕਐਂਡ 'ਤੇ ਕਿਸੇ ਫੂਡ ਫਿਰ ਰੈਸਟੋਰੈਂਟ 'ਤੇ ਗਏ ਸੀ ਅਸੀਂ ਜੀ ਰੈਸਟੋਰੈਂਟ ਜਾ ਕੇ ਫੂਡ ਖਾ ਕੇ ਅਸੀਂ ਵਾਪਸ ਆ ਗਏ। ਬਟ ਇਫ ਯੂ ਲੁੱਕ ਐਟ ਵੀ ਉੱਥੇ ਜਿਹੜਾ 2-2 ਜਾਂ 4-4 ਜਾਣੇ ਬੈਠੇ ਨੇ ਤੇ ਡਿਫਰੈਂਸ ਕਾਫੀ ਉਹਨਾਂ ਨੇ ਡਿਸਟੈਂਸ ਰੱਖਿਆ ਸੀ, ਮੇਨਟੇਨ ਕੀਤਾ ਸੀ। ਇਹ ਤੇ ਗੱਲ ਨਹੀਂ ਵੀ ਸਾਡੇ ਲੋਕਾਂ ਨੂੰ ਪਤਾ ਨਹੀਂ ਵੀ ਕਿਸ ਤਰ੍ਹਾਂ ਗੱਲ ਕਰਨੀ ਹੈ, ਪਰ ਜਿਹੜਾ ਨਾਲ ਇਹ ਵੀ ਵੇਖਿਆ ਗਿਆ ਵੀ ਹੋ ਸਕਦਾ ਜਿਨ੍ਹਾਂ ਨੇ ਕਈਆਂ ਨੇ ਨਿਕਲਦਿਆਂ ਮਾਸਕ ਪਾਏ ਸੀ ਉਹ ਪੂਰੇ ਇਫੈਕਟਿਵ ਨਾ ਹੋ। ਫਿਰ ਮੈਂ ਰਿਪੀਟ ਕਰਾਂਗਾ, ਨਾ ਤੇ ਚੁੰਨੀ ਮਾਸਕ ਹੈ ਤੇ ਨਾ ਹੀ ਸ਼ਾਲ ਮਾਸਕ ਤੇ ਨਾ ਹੀ ਪਟਕਾ ਮਾਸਕ ਹੈ। ਮਾਸਕ ਪ੍ਰੋਪਰ ਪਾਉਣਾ ਪੈਣਾ। ਅੱਜ ਸੀ ਜਿਸ ਤਰ੍ਹਾਂ ਉਹਨਾਂ ਨੇ ਕੱਲ ਅਨਾਉਂਸਮੈਂਟ ਹੋਈ ਹੈ ਕਿ ਜਿਹੜੇ ਬੱਚੇ ਨੇ ਚੌਥੇ ਗ੍ਰੇਡ ਤੋਂ ਬਾਅਦ ਉਹਨਾਂ ਨੂੰ ਵੀ ਮਾਸਕ ਪਾਉਣਾ ਪੈਣਾ। ਵੱਡੇ ਤਾਂ ਪਹਿਲਾਂ ਹੀ ਮਾਸਕ ਪਾਉਂਦੇ ਸੀ। ਡਿਸਟੈਂਸ ਮੇਨਟੇਨ ਕਰਨਾ ਪੈਣਾ। ਵੈਕਸੀਨੇਸ਼ਨ ਦੀ ਤੁਹਾਨੂੰ ਗੱਲਬਾਤ ਕਰਨੀ ਪੈਣੀ, ਡਿਸਕਸ ਕਰਨਾ ਪੈਣਾ। ਹੁਣ ਤੇ ਇੱਕ ਸਵਾਲ ਆ ਰਿਹਾ ਕਿ ਓਵਰਆਲ ਜਿਹੜੀ ਪਾਪੂਲੇਸ਼ਨ ਨੇ, ਜਿਹੜੀ ਯੰਗਰ ਪਾਪੂਲੇਸ਼ਨ, ਉਹਨੂੰ ਕਦੋਂ ਵੈਕਸੀਨੇਟ ਕਰਨਾ, ਰਾਦਰ ਦੈਨ ਵੀ ਆਪਾਂ ਉਹਦੇ 'ਤੇ ਫੋਕਸ ਕਰੀਏ। ਚੱਕਰ 'ਚ ਪੈ ਜਾਂਦੇ ਆ, ਕਿਉਂਕਿ ਜੇ ਤੁਸੀਂ ਇੱਕ ਚੀਜ਼ ਨੂੰ ਨਹੀਂ ਫਾਲੋ ਕਰਦੇ, ਫਾਰ ਐਗਜ਼ਾਮਪਲ ਕਿ ਜੇ ਤੁਹਾਡੇ ਘਰ ਦੇ ਵਿੱਚ ਕੋਈ ਜਸਟ ਗਿਵਨ ਐਗਜ਼ਾਮਪਲ ਕਿ ਕਿਸੇ ਨੂੰ ਚਿਕਨ ਪੌਕਸ ਹੈ, ਤੁਹਾਨੂੰ ਪਤਾ ਵੀ ਚਿਕਨ ਪੌਕਸ ਹੋ ਗਿਆ ਤੇ ਉਹਦਾ 21 ਦਿਨ ਦੇ ਵਿੱਚ ਕਿਸੇ ਹੋਰ ਨੂੰ ਵੀ ਹੋਣਾ। ਘਰ ਦੇ ਵਿੱਚ ਜੇ ਪ੍ਰੀਕਾਸ਼ਨ ਨਾ ਲਓਗੇ, ਜੇ ਕੋਈ ਗੱਲ ਨਹੀਂ ਜੀ, ਠੰਡਾ ਪੀ ਲਓ, ਗਰਮ ਪੀ ਲਓ, ਕੋਈ ਫਰਕ ਨਹੀਂ ਪੈਣਾ, ਇਹ ਤੇ ਛੋਟੀ ਮੋਟੀ ਗੱਲ, ਇਹਨੇ ਚਲੇ ਜਾਣਾ। ਇਸ ਤਰ੍ਹਾਂ ਹੀ ਜਿਹੜੀਆਂ ਛੋਟੀਆਂ ਮੋਟੀਆਂ ਗੱਲਾਂ ਦੇ ਚੱਕਰਾਂ ਦੇ ਵਿੱਚ ਹੀ ਕਿੰਨੀਆਂ ਪ੍ਰੋਬਲਮ ਕ੍ਰੀਏਟ ਹੋ ਗਈਆਂ ਸੀ। ਇੱਕ ਟਾਈਮ ਸੀ ਸਮਾਲ ਪੌਕਸ, ਫਿਰ ਚਿਕਨ ਪੌਕਸ, ਫਿਰ ਮੀਜ਼ਲ, ਮੰਪਸ, ਰੁਬੈਲਾ, ਇਹਦੀਆਂ ਕਿੰਨੀਆਂ ਪ੍ਰੋਬਲਮ ਖੜੀਆਂ ਹੋ ਗਈਆਂ। ਬੱਚੇ ਕਿੰਨੇ ਲੋਕਾਂ ਦਾ ਨੁਕਸਾਨ ਹੁੰਦਾ ਸੀ। ਸੋ ਆ ਜਿਹੜੀ ਸਟੇਜ ਹੈ, ਇਹ ਸਟੇਜ ਤੋਂ ਇੱਕ ਲੈਸਨ ਮਿਲਦਾ ਕਿ ਆਉਣ ਵਾਲੇ ਸਮੇਂ ਵਾਸਤੇ ਜਿਹੜਾ ਪੈਂਡੈਮਿਕ ਇਹ ਇਕੱਲਾ ਨਹੀਂ, ਮੇਬੀ ਦੇਰ ਆਰ ਮੋਰ ਕਮਿੰਗ ਜੀ। ਸੋ ਸਾਰੇ ਕੰਟਰੀਜ਼ ਨੂੰ ਤਿਆਰੀ ਕਰਨੀ ਪੈਣੀ ਹੈ ਮਿਲ ਕੇ, ਕਿਉਂਕਿ ਜੇ ਇੱਕ ਕੰਟਰੀ ਵੀ ਵਿਦਆਊਟ ਵੈਕਸੀਨੇਸ਼ਨ ਹੈ, ਇੱਕ ਪ੍ਰੋਵਿੰਸ ਵਿੱਚ ਵੀ ਇਫੈਕਟਿਵਨੈਸ ਨਹੀਂ ਹੈਗੀ, ਇਹਦਾ ਮਤਲਬ ਸਾਰੇ ਪਾਸੇ ਗੜਬੜ ਹੈ ਜੀ। ਡਾਕਟਰ ਚੀਮਾ, ਤੁਸੀਂ ਹਰ ਵਾਰ ਸਟੂਡੀਓ ਦੇ ਵਿੱਚ ਆ ਕੇ ਸਾਨੂੰ ਇੰਨੀ ਇਨਫੋਰਮੇਸ਼ਨ, ਇੰਨੀ ਜਿਹੜੀ ਕੀਮਤੀ ਇਨਫੋਰਮੇਸ਼ਨ ਦੇ ਕੇ ਜਾਂਦੇ ਹੋ ਤਾਂ ਕਿ ਅਸੀਂ ਅਵੇਅਰ ਹੋ ਸਕੀਏ, ਅਸੀਂ ਆਪਣੇ ਪਰਿਵਾਰ ਵਾਲਿਆਂ ਨੂੰ, ਆਪਣੇ ਫਰੈਂਡਸ ਨੂੰ ਅਵੇਅਰ ਕਰ ਸਕੀਏ ਕਿ ਕੀ ਕੁਝ ਹੋ ਰਿਹਾ ਸੂਬੇ ਦੇ ਵਿੱਚ। ਅੰਤ ਵਿੱਚ ਕੀ ਕਹੋਗੇ 2 ਸ਼ਬਦ? ਇਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਇਨਫੋਰਮੇਸ਼ਨ ਹੈ, ਇਹ ਪਾਵਰ ਹੈ ਤੁਹਾਡੇ ਕੋਲ। ਇਹ ਇਨਫੋਰਮੇਸ਼ਨ ਬੇਸਡ ਔਨ ਦਾ ਫੈਕਟਸ ਹੈ। ਇਹ ਜੋ ਪੜ੍ਹਨੇ ਆ, ਲਿਖਨੇ ਆ ਜਾਂ ਅਸੀਂ ਡੀਲ ਕਰਨੇ ਆ ਆਪਣੇ ਕਲਾਇੰਟਸ ਨਾਲ, ਜੋ ਐਵਰੀ ਡੇ ਜਾਂ ਜੋ ਹੈਲਥ ਅਫੀਸ਼ੀਅਲਸ ਨੇ BC ਦੇ, ਬੜੀ ਇਹਨਾਂ ਦੀ ਐਕਸੈਪਸ਼ਨਲੀ ਗੁੱਡ ਟੀਮ ਹੈ। ਉਹਨੂੰ ਸੁਣਦੇ ਆ, ਉਹਨੂੰ ਫੋਲੋ ਕਰਦੇ ਆ, ਆਪਣੇ ਪੇਸ਼ੈਂਟਸ ਨਾਲ ਗੱਲ ਉੱਦਾਂ ਕਰਨੇ ਆ, ਕਮਿਊਨਿਟੀ ਵਿੱਚ ਜਾ ਕੇ ਇਹਦੇ ਬਾਰੇ ਇਨਫੋਰਮੇਸ਼ਨ ਮੈਂ ਇਕੱਲਾ ਨਹੀਂ, ਹੋਰ ਵੀ ਬਹੁਤ ਲੋਕ ਦੇ ਰਹੇ ਨੇ ਇਨਫੋਰਮੇਸ਼ਨ। ਸਾਰੇ ਅਸੀਂ ਕੋਲੈਕਟਿਵਲੀ ਪ੍ਰੋਵਾਈਡ ਕਰਨੇ ਪਏ ਆ। ਤੇ ਇਨਫੋਰਮੇਸ਼ਨ ਦੇਣ ਦਾ ਮਤਲਬ ਨਹੀਂ ਵੀ ਤੁਹਾਨੂੰ ਅਸੀਂ ਦੱਸਣੇ ਪਿਆ ਵੀ ਇਹੋ ਇੱਕ ਕਿਸਮ ਦੀ ਨਾ, ਜੇ ਤੁਸੀਂ ਬੇਸਿਕਲੀ ਤੁਹਾਨੂੰ ਇਹੋ, ਮੈਂ ਆਈ ਜਸਟ ਵਾਂਟ ਟੂ ਬੀ ਕੇਅਰਫੁਲ, ਕੋਈ ਗੁੱਸੇ ਨਾ ਹੋ ਜਾਏ। ਤੁਹਾਨੂੰ ਅਸੀਂ ਇੰਨੀ ਇਨਫੋਰਮੇਸ਼ਨ ਹੀ ਪ੍ਰੋਵਾਈਡ ਕਰਨੇ ਪਿਆ ਵੀ ਆਪਣਾ ਨੌਲੇਜ ਵਧਾਓ ਤੇ ਆਪਣੇ ਆਪ ਨੂੰ ਬਚਾਓ। ਤੇ ਜਿਹੜਾ ਆਪਣੇ ਆਪ ਨੂੰ ਬਚਾਓਗੇ ਤੇ ਘਰ ਬਚੇਗਾ, ਕਮਿਊਨਿਟੀ ਬਚਦੀ ਹੈ, ਕਮਿਊਨਿਟੀ ਬਚਦੀ ਹੈ ਤੇ ਪ੍ਰੋਵਿੰਸ ਬਚਦਾ, ਪ੍ਰੋਵਿੰਸ ਬਚੇਗਾ ਤੇ ਕੰਟਰੀ ਦਾ ਜਿਹੜਾ ਰੋਕਥਾਮ ਹੋਣੀ ਹੈ ਸਾਰੀ ਵੈਕਸੀਨੇਸ਼ਨ ਦੀ। ਤੇ ਕਿੰਤੂ ਪਰੰਤੂ ਕਰਨਾ ਬੰਦ ਕਰੀਏ ਤੇ ਆਪਾਂ ਕਿਸੇ ਵੀ ਏਜ ਗਰੁੱਪ ਨੂੰ ਕਿਸੇ ਏਜ ਗਰੁੱਪ ਦੇ ਕੋਈ ਕਹਿ ਰਿਹਾ ਵੀ ਸਾਡੇ ਤੇ ਬਲੇਮ ਹੋ ਰਿਹਾ, ਉਹ ਗੱਲ ਵੀ ਗਲਤ ਹੈ। ਕਿਸੇ ਏਜ ਗਰੁੱਪ ਤੇ ਨਹੀਂ, ਜਸਟ ਅਵੇਅਰਨੈਸ ਕਰਦੇ ਪਏ ਆ। ਪਹਿਲਾਂ ਸੀ ਸੀਨੀਅਰ ਨੂੰ ਪ੍ਰੋਬਲਮ ਆ ਰਹੀ ਸੀ ਜ਼ਿਆਦਾ, ਹੁਣ ਆ ਰਹੀ ਹੈ ਯੰਗ ਜਨਰੇਸ਼ਨ ਨੂੰ। ਜੇ ਉਹਨਾਂ ਨੂੰ ਅਵੇਅਰਨੈਸ ਕਰਦੇ ਪਏ ਆ, ਉਹਨਾਂ ਨੂੰ ਚਾਹੀਦਾ ਉਹਨੂੰ ਪੋਜ਼ਿਟਿਵਲੀ ਲੈਣ ਤੇ ਇਹ ਤੁਹਾਡੇ ਭਲੇ ਵਾਸਤੇ। ਸੋ ਜਿਹੜੀ ਗੱਲ ਵੀ ਤੁਹਾਨੂੰ ਕੋਈ ਕਹਿੰਦਾ, ਉਹਨੂੰ ਸੋਚੋ ਵੀ ਦਿਸ ਵਿਲ ਹੈਲਪ ਯੂ। ਸੋ ਇਸ ਚੀਜ਼ ਨੂੰ ਚੰਗੇ ਤਰੀਕੇ ਨਾਲ ਪੋਜ਼ਿਟਿਵਲੀ ਅਬਜ਼ਰਵ ਕਰੋ ਤੇ ਅੱਗੋਂ ਇਸ ਦਾ ਮੈਸੇਜ ਜਿਹੜਾ ਸਪਰੈਡ ਕਰੋ। ਜੋ ਪ੍ਰੋਵਿੰਸ ਵਾਲੇ ਕਹਿ ਰਹੇ ਨੇ ਉਹਨੂੰ ਫੋਲੋ ਕਰੋ। ਇਹਨਾਂ ਕੋਲ ਇਨਫੋਰਮੇਸ਼ਨ ਨੇ, ਡੇ ਟੂ ਡੇ ਮੋਰ ਡਾਟਾ, ਇਹ ਸਾਰੇ ਤਰੀਕੇ ਨਾਲ ਚੱਲਦੇ ਨੇ, ਰਿਸਪੌਂਸੀਬਲ ਨੇ, ਇਹ ਅਕਾਊਂਟੇਬਲ ਨੇ। ਆਪਾਂ ਇਹਨਾਂ ਦੀ ਅਕਾਊਂਟੇਬਿਲਿਟੀ ਤੇ ਕਿੰਤੂ ਪਰੰਤੂ ਨਾ ਕਰੀਏ, ਨਾ ਹੀ ਇਨਫੋਰਮੇਸ਼ਨ ਤੇ। ਸੋ ਅਗਲੇ ਹਫਤੇ ਫਿਰ ਮਿਲਨੇ ਆ। ਹੋ ਸਕਦਾ ਅਗਲੇ ਹਫਤੇ ਐਸਟਰਾਜ਼ੈਨੇਕਾ ਦਾ ਵੀ ਸਿਚੁਏਸ਼ਨ ਕਲੀਅਰ ਹੋ ਜੇ, ਬਟ ਐਟ ਦਿਸ ਸਟੇਜ ਜਿਹੜਾ ਵੀ ਤੁਹਾਨੂੰ ਵੈਕਸੀਨੇਸ਼ਨ ਮਿਲਦਾ, ਤੁਹਾਨੂੰ ਜਦੋਂ ਹੈਲਥ ਅਥਾਰਟੀ ਵਾਲਾ ਕੋਈ ਵੀ ਬੰਦਾ, ਤੁਹਾਨੂੰ ਇਨਸਾਨ ਫੋਨ ਕਰਦਾ, ਉਹ ਤੁਹਾਡੇ ਵਾਸਤੇ ਉਹੀ ਵੈਕਸੀਨੇਸ਼ਨ ਬੈਸਟ। ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਓਕੇ, ਥੈਂਕ ਯੂ। ਸੋ ਜਿੱਦਾਂ ਡਾਕਟਰ ਜੀ ਨੇ ਕਿਹਾ ਕਿ ਸਾਨੂੰ ਜਦੋਂ ਵੀ ਇਨਫੋਰਮੇਸ਼ਨ ਮਿਲਦੀ ਹੈ ਸਾਨੂੰ ਪੋਜ਼ਿਟਿਵਲੀ ਲੈਣੀ ਚਾਹੀਦੀ ਹੈ। ਸੋ ਸਾਨੂੰ, ਮੈਨੂੰ ਲੱਗਦਾ ਹੈ ਜਿਹੜੀ ਹੈਲਥ ਕੈਨੇਡਾ ਦੀ ਅਪਰੂਵਡ ਵੈਕਸੀਨੇਸ਼ਨ ਆ ਉਹਦੇ ਲਈ ਵੀ ਸਾਰਿਆਂ ਤੱਕ ਗੱਲ ਪਹੁੰਚਾਉਣੀ ਚਾਹੀਦੀ ਹੈ ਕਿ ਜਿਹੜੀ ਵੀ ਅਪਰੂਵਡ ਵੈਕਸੀਨੇਸ਼ਨ ਆ ਉਹ ਸਾਡੇ ਲਈ ਹੀ ਬਿਹਤਰ ਹੈਗੀ ਆ। ਸਾਨੂੰ ਟਰਸਟ ਜਿਹੜਾ ਉਹ ਬਣਾ ਕੇ ਰੱਖਣਾ ਪੈਣਾ ਆ। ਵੈਕਸੀਨੇਸ਼ਨ ਜਦੋਂ ਵੀ ਸਾਡੀ ਵਾਰੀ ਆਉਂਦੀ ਹੈ, ਜਦੋਂ ਵੀ ਸਾਡਾ ਏਜ ਗਰੁੱਪ ਅਨਾਉਂਸ ਹੁੰਦਾ, ਅਸੀਂ ਜ਼ਰੂਰ ਆਪਣੀ ਅਪਾਇੰਟਮੈਂਟ ਬਣਾਈਏ ਤੇ ਵੈਕਸੀਨੇਸ਼ਨ ਲਈਏ। ਜੇ ਸੀਨੀਅਰਸ ਤੁਹਾਡੇ ਘਰ ਹੈਗੇ ਆ, ਉਹਨਾਂ ਦੀ ਵਾਰੀ ਆ ਚੁੱਕੀ ਆ, ਤਾਂ ਪਲੀਜ਼ ਉਹਨਾਂ ਦੀਆਂ ਅਪਾਇੰਟਮੈਂਟਸ ਬਣਾਓ, ਉਹਨਾਂ ਨੂੰ ਲੈ ਕੇ
ਕੇ ਜਾਓ। ਬਹੁਤ ਈਜ਼ੀ ਪ੍ਰੋਸੈਸ ਹੈਗਾ ਆ। ਇੰਜੈਕਸ਼ਨ ਹਰ ਕਿਸੇ ਦੇ ਲੱਗ ਰਹੇ ਨੇ, ਜਿਨ੍ਹਾਂ ਦੇ ਲੱਗ ਰਹੇ ਨੇ ਬਹੁਤ ਹੀ ਇਫੈਕਟਿਵ ਹੈ। ਤੁਹਾਡੇ ਤੱਕ ਕਿਸ ਤਰ੍ਹਾਂ ਜਾਣਕਾਰੀ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।